ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਫਿਰ ਸਾਹਿਬ ਕਹਿੰਦੇ ਅਪਾਖਿਆ ਕਾ, ਅਪਾਖਿਆ ਦਾ ਭਾਵ ਜੋ ਨਾ ਭਖਸ਼ਨ ਕਰਨ ਯੋਗ। ਭਖਸ਼ਨ ਦਾ ਅਰਥ ਹੁੰਦਾ ਖਾਣਾ। ਜਿਸ ਖਾਣੇ ਨੂੰ ਤੇਰਾ ਧਰਮ ਇਜਾਜ਼ਤ ਨਾ ਦੇਵੇ, ਕਿਉਂਕਿ ਹਿੰਦੂ ਨੂੰ ਮੁਸਲਮਾਨ ਦੇ ਘਰ ਦਾ ਖਾਣਾ ਜਿਹੜਾ ਉਹ ਅਪਾਖਿਆ। ਫਿਰ ਦੂਸਰਾ, ਜਿਹੜਾ ਮੁਸਲਮਾਨ ਹੈ ਉਹ ਬੱਕਰੇ ਨੂੰ ਜਦੋਂ ਬਣਾਉਂਦਾ ਹੈ ਤਾਂ ਉਹਨੂੰ ਕੋਹ ਕੇ ਮਾਰਦਾ ਹੈ, ਉਹਨੂੰ ਤਸੀਹੇ ਦੇ ਦੇ ਕੇ ਜਿਵੇਂ ਮਾਰਦਾ ਹੈ। ਫਿਰ ਉਹਦੇ ਉੱਤੇ ਕਲਮਾਂ ਪੜ੍ਹੀਆਂ ਜਾਂਦੀਆਂ ਨੇ। ਹੁਣ ਇੱਕ ਹਿੰਦੂ ਦੇ ਵਾਸਤੇ ਇਹ ਅਪਾਖਿਆ ਹੈ, ਇਹ ਨਾ ਭਖਸ਼ਨ ਕਰਨ ਯੋਗ ਭੋਜਨ ਹੈ। ਪਰ ਦਾਤਾਰ ਜੀ ਕਹਿੰਦੇ ਜਦੋਂ ਤੇਰੇ ਵੱਲ ਵੇਖਦੇ ਆ ਨਾ, ਦੁਬਿਧਾ 'ਚ ਜਿਉਂਦੇ ਕੋਲ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਤੂੰ ਉਹਨਾਂ ਦੇ ਘਰੇ ਜਦੋਂ ਨਮਾਜ਼ ਪੜ੍ਹਨ ਗਿਆ ਜਾਂ ਤੁਰਕਾਂ ਦੇ ਦਰਬਾਰ ਵਿੱਚ ਗਿਆ, ਸ਼ਾਮ ਨੂੰ ਵਾਪਿਸ ਆਉਣ ਲੱਗਦਾ ਤੇ ਜੇ ਤੈਨੂੰ ਉਹ ਇਹ ਸ਼ਬਦ ਕਹਿੰਦੇ ਜੀ ਅੱਜ ਬੱਕਰਾ ਬਣਿਆ, ਤੇ ਹੁਣ ਇੱਕ ਪਾਸੇ ਤੇਰਾ ਧਰਮ ਤੈਨੂੰ ਇਜਾਜ਼ਤ ਨਹੀਂ ਦਿੰਦਾ ਹੁੰਦਾ, ਪਰ ਉਸੇ ਵੇਲੇ ਤੂੰ ਕਹਿ ਦਿੰਦਾ ਜੀ ਕੋਈ ਗੱਲ ਨਹੀਂ, ਛੱਕ ਕੇ ਹੀ ਜਾਵਾਂਗੇ, ਕਿਉਂਕਿ ਪਤਾ ਹੈ ਜੇ ਨਾ ਕਰ ਦਿੱਤੀ ਸ਼ਾਇਦ ਕਿਤੇ ਸ਼ੱਕ ਨਾ ਹੋ ਜਾਵੇ ਵੀ ਹਾਲੇ ਵੀ ਆਪਣੇ ਹਿੰਦੂ ਧਰਮਾਂ ਦੇ ਅਨੁਸਾਰ ਹੀ ਜਿਉਂਦਾ, ਹਾਲੇ ਵੀ ਮਾਸ ਖਾਣ ਤੋਂ ਗੁਰੇਜ਼ ਕਰਦਾ। ਇਹ ਅਪਾਖਿਆ ਦਾ ਕੁੱਠਾ, ਇਹ ਕੁੱਠਾ ਮਾਸ ਜਿਹੜਾ ਇਹਨੂੰ ਖਾਣ ਤੋਂ ਗੁਰੇਜ਼ ਕਰਦਾ ਹੈ। ਉਸੇ ਵੇਲੇ ਤੂੰ ਹਾਂ ਕਰ ਦੇਣਾ ਜੀ, ਫਿਰ ਤੇ ਜ਼ਰੂਰ ਖਾ ਕੇ ਜਾਵਾਂਗੇ, ਹੋਰ ਘੜੀ ਰੁਕ ਜਾਂਦੇ ਆ। ਫਿਰ ਜਦੋਂ ਸਾਹਿਬ ਦੀ ਬਾਣੀ ਅੰਦਰ ਇੱਕ ਬਚਨ ਪੜ੍ਹਦੇ ਆ ਨਾ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਕਿ ਕੈਸੇ ਹਾਲਤ ਹੋਏ ਪਏ ਸੀ ਸੰਸਾਰ ਦੇ, ਕਿ ਘਰ ਘਰ ਦੇ ਵਿੱਚ ਮੀਆਂ ਜੀ ਸ਼ਬਦ ਹੋਣ ਲੱਗ ਪਿਆ। ਕਿੱਥੇ ਇੱਕ ਹਿੰਦੂ ਪਤਨੀ ਜਿਹੜੀ ਹੈ ਆਪਣੇ ਪਤੀ ਨੂੰ ਦੇਵਤਾ ਕਹਿੰਦੀ ਸੀ, ਤੇ ਉਹ ਕਹਿਣ ਲੱਗੀ ਇਹ ਮੇਰਾ ਮੀਆਂ ਹੈ, ਕਿਉਂਕਿ ਇਸਲਾਮ ਦੇ ਵਿੱਚ ਮੀਆਂ ਜੀ ਸ਼ਬਦ ਕਹਿੰਦੇ। ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਘਰ ਘਰ ਦੇ ਵਿੱਚ ਆਹ ਕੁਝ ਚੱਲਦਾ ਪਿਆ ਸੀਗਾ। ਇਸ ਲਈ ਸਾਹਿਬ ਜੀ ਇੱਥੇ ਕਹਿੰਦੇ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਉੱਥੇ ਬੱਕਰਾ ਖਾ ਕੇ ਆਉਣਾ, ਉਹ ਵੀ ਕੁੱਠਾ ਮਾਸ ਖਾ ਕੇ ਆਉਣਾ, ਇਸਲਾਮ ਦੇ ਰੀਤੀਆਂ ਨਾਲ ਤਿਆਰ ਕੀਤਾ ਖਾ ਕੇ ਆਉਣਾ। ਤੇ ਜਦੋਂ ਘਰੇ ਆਉਣਾ ਚੌਂਕੇ ਉੱਪਰ ਕਿਸੇ ਨਾ ਜਾਣਾ। ਘਰੇ ਆ ਕੇ ਕਹਿਣਾ ਵੀ ਕਿਸੇ ਨੇ ਚੌਂਕੇ 'ਚ ਨਹੀਂ ਵੜਨਾ। ਕਿਉਂ? ਜੇ ਚੌਂਕੇ 'ਚ ਕੋਈ ਵੜੇਗਾ ਚੌਂਕਾ ਪਿੱਟਿਆ ਜਾਏਗਾ। ਘਰੇ ਆ ਕੇ ਤੂੰ ਬ੍ਰਾਹਮਣ ਕਰਮ ਕਰਨ ਲੱਗ ਜਾਂਦਾ ਹੈ, ਕਿਉਂਕਿ ਜਦੋਂ ਕੋਈ ਦੂਸਰਾ ਬੰਦਾ ਚੌਂਕੇ 'ਚ ਵੜਦਾ ਸੀ ਤੇ ਕਹਿੰਦੇ ਸੀ ਅੰਨ ਜਿਹੜਾ ਚੌਂਕੇ ਦਾ ਪਿੱਟਿਆ ਗਿਆ, ਸਾਡਾ ਚੌਂਕਾ ਪਿੱਟਿਆ ਗਿਆ। ਉਹ ਕਿਵੇਂ ਪਿੱਟਿਆ ਜਾਂਦਾ ਸੀ? ਸਾਹਿਬ ਅਗਲੀ ਪੰਕਤੀ ਕਹਿੰਦੇ ਦੇ ਕੈ ਚੌਂਕਾ ਕੱਢੀ ਕਾਰ। ਜਦੋਂ ਇੱਕ ਪੱਕਾ ਬ੍ਰਾਹਮਣ ਘਰੇ ਭੋਜਨ ਤਿਆਰ ਕਰਦਾ ਨਾ, ਉਹ ਇੱਕ ਲਕੀਰ ਖਿੱਚਦਾ ਸਾਰੇ ਪਾਸੇ ਆਪਦੇ ਚੌਂਕੇ ਦੇ, ਫਿਰ ਉਸ ਲਕੀਰ ਦੇ ਅੰਦਰ ਕਿਸੇ ਨੂੰ ਆਉਣ ਨਹੀਂ ਦਿੰਦਾ। ਤੇ ਇਸ ਤਰ੍ਹਾਂ ਮੰਨਦਾ ਵੀ ਇਹ ਜਿਹੜੀ ਲਕੀਰ ਹੈ ਇਹ ਤਾਂ ਖਿੱਚੀ ਗਈ ਮੰਤਰ ਪੜ੍ਹ ਕੇ ਵੀ ਜਿਹੜੇ ਰਾਖਸ਼ ਨੇ ਉਹ ਇਸ ਲਕੀਰ ਦੇ ਅੰਦਰ ਨਹੀਂ ਆਉਂਦੇ, ਤੇ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਭੋਜਨ ਤੇ ਨਹੀਂ ਪੈਂਦੀ, ਤੇ ਸਾਡਾ ਭੋਜਨ ਜਿਹੜਾ ਉਹ ਬ੍ਰਹਮ ਭੋਜ ਹੋ ਜਾਂਦਾ ਹੈ, ਇਹ ਦੇਵਤਿਆਂ ਦਾ ਭੋਜਨ ਹੋ ਜਾਂਦਾ। ਇਸ ਤਰ੍ਹਾਂ ਜੋਗੀ ਲੋਕ ਜਾਂ ਜਿਹੜੇ ਹੋਰ ਪੱਕੇ ਬ੍ਰਾਹਮਣ ਕਰਮਕਾਂਡੀ ਉਹ ਜਦੋਂ ਭੋਜਨ ਤਿਆਰ ਕਰਦੇ ਸੀ ਇਸ ਤਰ੍ਹਾਂ ਕਾਰਾਂ ਕੱਢਦੇ ਸਨ। ਪਰ ਸਤਿਗੁਰਾਂ ਨੇ ਸਿੱਖ ਨੂੰ ਜਿਹੜੀ ਕਾਰ ਦਿੱਤੀ ਨਾ, ਉਹ ਆਪਾਂ ਰੋਜ਼ ਬਚਨ ਪੜ੍ਹਦੇ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰਾ ਰਾਮ ਕਾਰ। ਤੂੰ ਵੀ ਲਕੀਰਾਂ ਕੱਢਦਾ ਪੰਡਤ ਜੀ, ਪਰ ਸੱਚ ਇਹ ਤੇਰੀਆਂ ਕੱਢੀਆਂ ਲਕੀਰਾਂ ਤਾਂ ਸਿਰਫ ਇੰਨਾ ਕਹਿੰਦੀਆਂ ਨੇ, ਅੰਦਰ ਰਾਖਸ਼ ਨਹੀਂ ਆਉਂਦੇ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਦੋਂ ਸਿੱਖ ਦੇ ਇਰਦ ਗਿਰਦ ਰਾਮਕਾਰ ਪਰਮੇਸ਼ਰ ਦੇ ਨਾਮ ਦੀ ਲਕੀਰ ਬਣ ਜਾਂਦੀ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ। ਉਸ ਕਰਤਾ ਪਰਮੇਸ਼ਰ ਨੇ ਐਸੀ ਲਿਵ ਲਾ ਦਿੱਤੀ ਕਿ ਦੁੱਖ ਲੱਗੇ ਨਾ ਭਾਈ। ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਲੱਗਦਾ। ਜੰਮ ਵੀ ਇਸ ਕਾਰ ਦੇ ਅੰਦਰ ਆਪਣਾ ਪੈਰ ਨਹੀਂ ਰੱਖ ਸਕਦੇ। ਸੋ ਦਾਤਾ ਜੀ ਕਹਿੰਦੇ ਘਰੇ ਆ ਕੇ ਤੂੰ ਚੌਂਕੇ ਦੇ ਵਿੱਚ ਕਾਰਾਂ ਕੱਢਦਾ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਰਿਦੁਆਰ ਦੀ ਪਾਵਨ ਧਰਤੀ ਤੇ ਗਏ, ਉੱਥੋਂ ਦੇ ਲੋਕਾਂ ਨੂੰ ਸਮਝਾਉਣ, ਉੱਥੋਂ ਦੇ ਲੋਕਾਂ ਨੂੰ ਭਰਮ ਜਾਲ ਚੋਂ ਕੱਢਣ ਗਏ, ਕੀ ਦੇਖਦੇ ਨੇ ਸਾਹਮਣੇ ਇੱਕ ਐਸਾ ਮਨੁੱਖ, ਇੱਕ ਐਸਾ ਧਰਮੀ ਹੈ ਜਿਸ ਨੇ ਪਹਿਲਾਂ ਲੱਕੜਾਂ ਧੋਤੀਆਂ, ਲੱਕੜਾਂ ਧੋ ਕੇ ਚੰਗੀ ਤਰ੍ਹਾਂ, ਫਿਰ ਉਹਨੇ ਪਹਿਲਾਂ ਜ਼ਮੀਨ ਜਿਹੜੀ ਸੀ ਉਹ ਚੰਗੀ ਤਰ੍ਹਾਂ ਵੇਖੀ ਵੀ ਇਸ ਜ਼ਮੀਨ ਤੇ ਕਿਸੇ ਦੇ ਪੈਰ ਤਾਂ ਨਹੀਂ ਪਏ। ਪੈਰ ਪੈਣ ਦਾ ਮਤਲਬ ਲੰਘਦੇ ਸੀ ਲੋਕ, ਪਰ ਸੱਜਰੇ ਪੈਰ ਤਾਂ ਨਹੀਂ ਕਿਸੇ ਦੇ ਪਏ, ਵੀ ਹੁਣੇ ਤਾਂ ਨਹੀਂ ਕੋਈ ਲੰਘ ਕੇ ਗਿਆ, ਉਹਦੇ ਪੈਰਾਂ ਦੀ ਨਿਸ਼ਾਨ ਤਾਂ ਨਹੀਂ। ਫਿਰ ਇਸ ਜ਼ਮੀਨ 'ਚ ਕੋਈ ਹੱਡੀ ਆਦਿਕ ਕਿਸੇ ਜਾਨਵਰ, ਕਿਸੇ ਮਨੁੱਖ ਦੀ ਤਾਂ ਨਹੀਂ, ਇੱਥੇ ਕੋਈ ਜਾਨਵਰ ਤਾਂ ਨਹੀਂ ਮਰਿਆ। ਇਸ ਤਰ੍ਹਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਪਰਖਦਾ ਸੀ ਪਹਿਲਾਂ। ਉਹਨੇ ਸਾਰੀ ਜ਼ਮੀਨ ਚੰਗੀ ਤਰ੍ਹਾਂ ਸਾਫ਼ ਕਰ ਲਈ, ਫਿਰ ਲੱਕੜਾਂ ਧੋ ਲਈਆਂ, ਸਾਰੇ ਭਾਂਡੇ ਜਿਹੜੇ ਸੀ ਉਹ ਧੋ ਕੇ ਚੰਗੀ ਤਰ੍ਹਾਂ ਪੋਚਾ ਮਾਰ ਕੇ ਚੰਗੀ ਸੁਚਮਤਾ ਕਰਕੇ ਚਾਰੇ ਪਾਸੇ ਫਿਰ ਡੰਡਾ ਲੈ ਕੇ ਉਹਨੇ ਇੱਕ ਲਕੀਰ ਗੋਲ ਦਾਇਰਾ, ਗੋਲ ਘੇਰਾ ਬਣਾ ਦਿੱਤਾ। ਭੋਜਨ ਤਿਆਰ ਕਰਨ ਲੱਗਾ। ਗੁਰੂ ਨਾਨਕ ਪਾਤਸ਼ਾਹ ਦੂਰ ਬੈਠੇ ਦੇਖਦੇ ਨੇ
ਤੇ ਆਪਣੇ ਪਿਆਰੇ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ ਸਮਾਂ ਹੁੰਦਾ ਪਿਆ, ਭੋਜਨ ਤੇ ਆਪਾਂ ਵੀ ਤਿਆਰ ਕਰਨਾ। ਉਹ ਕਹਿੰਦਾ, ਮਹਾਰਾਜ ਜੀ ਫਿਰ ਅੱਗ ਕਿੱਥੋਂ ਲਿਆਈਏ? ਸਾਹਿਬ ਕਹਿੰਦੇ, ਉਹ ਸਾਹਮਣੇ ਵੇਖ ਕਿੰਨੀ ਸੁੱਚੀ ਅੱਗ ਬਲਦੀ, ਉਹਨੇ ਲੱਕੜਾਂ ਵੀ ਧੋ ਕੇ ਅੱਗ ਬਾਲੀ ਹੈ, ਦੇਖ ਕਿੰਨੀ ਸਫਾਈ ਨਾਲ ਅੱਗ ਬਾਲੀ, ਜਾ ਉਹਦੇ ਤੋਂ ਅੱਗ ਲੈ ਆ ਜਾ ਕੇ। ਭਾਈ ਮਰਦਾਨਾ ਜੀ ਜਦੋਂ ਗਏ, ਜਿਸ ਤਰ੍ਹਾਂ ਦਾ ਸਿੱਧਾ ਪੱਧਰਾ ਸੁਭਾਅ ਸੀ, ਕਿਉਂਕਿ ਕਦੀ ਇਹ ਕਰਮਕਾਂਡਾਂ ਵਾਲਿਆਂ ਨਾਲ ਵਾਹ ਬਹੁਤਾ ਨਹੀਂ ਸੀ ਪਿਆ, ਉਹ ਸਿੱਧਾ ਗਏ ਤੇ ਅੰਦਰ ਜਾ ਕੇ ਕਹਿੰਦੇ ਨੇ, ਇਹ ਮਹਾਤਮਾ ਜੀ ਅੱਗ ਦੇ ਦਿਓ। ਉਹਨਾਂ ਨੇ ਜਿਹੜੀ ਦੂਰ ਤੱਕ ਲਕੀਰ ਖਿੱਚੀ ਹੋਈ ਸੀ, ਉਸ ਲਕੀਰ ਦੇ ਅੰਦਰ ਪ੍ਰਵੇਸ਼ ਕਰ ਗਏ। ਜਦੋਂ ਕਿਹਾ ਮਹਾਤਮਾ ਜੀ ਅੱਗ ਦੇ ਦਿਓ, ਤੇ ਇਤਿਹਾਸ ਕਹਿੰਦਾ ਉਹਨੇ ਬਲਦਾ ਹੋਇਆ ਚੋ ਜਿਹੜਾ ਸੀ ਨਾ, ਭਾਵ ਬਲਦੀ ਹੋਈ ਲੱਕੜ ਜਿਹੜੀ ਸੀ, ਉਹ ਲੱਕੜ ਪਕੜੀ ਤੇ ਭਾਈ ਮਰਦਾਨਾ ਜੀ ਦੇ ਮਗਰ ਦੌੜ ਉੱਠਿਆ। ਜਦੋਂ ਦੌੜਿਆ ਤੇ ਗੁਰੂ ਨਾਨਕ ਪਾਤਸ਼ਾਹ ਕੋਲ ਆਏ ਭਾਈ ਮਰਦਾਨਾ ਜੀ, ਕਹਿੰਦੇ ਮਹਾਰਾਜ ਕਮਾਲ ਦੀ ਗੱਲ ਹੈ, ਤੁਸੀਂ ਕਿਹਾ ਸੀ ਇਹਨੂੰ ਅੱਗ ਚਾਹੀਦੀ ਹੈ, ਤੇ ਗਰੀਬ ਨਵਾਜ਼ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕਰਕੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਤੁਸੀਂ ਤੇ ਮੈਨੂੰ ਥੋੜੀ ਜਿਹੀ ਅੱਗ ਲੈਣ ਲਈ ਭੇਜਿਆ ਸੀ, ਇਹ ਤੇ ਮੇਰੇ ਮਗਰ ਚੋ ਲੈ ਕੇ ਦੌੜ ਆਇਆ। ਸਤਿਗੁਰੂ ਉਸ ਮਹਾਤਮਾ ਨੂੰ ਕਹਿੰਦੇ, ਜੀ ਰੁਕੋ, ਗੱਲ ਕੀ ਹੋਈ? ਕਹਿੰਦਾ, ਤੁਹਾਨੂੰ ਨਹੀਂ ਪਤਾ, ਮੈਂ ਇੰਨੀ ਸੁਚਮਤਾ ਦੇ ਨਾਲ ਇਹ ਲਕੀਰਾਂ ਕੱਢੀਆਂ ਨੇ, ਇਹ ਗਿਆ ਤੇ ਇਹ ਨੀਚ ਜਾਤ ਵਾਲਾ ਹੈ, ਤੁਹਾਨੂੰ ਪਤਾ ਇਹ ਸ਼ੂਦਰ ਹੈ, ਇਹ ਜਾ ਕੇ ਉਸ ਲਕੀਰ ਦੇ ਅੰਦਰ ਵੜ ਗਏ ਨੇ, ਸਾਰਾ ਕੁਝ ਜਿਹੜਾ ਮੇਰਾ ਉਹ ਪਿੱਟ ਕੇ ਰੱਖ ਦਿੱਤਾ। ਸਾਹਿਬ ਕਹਿੰਦੇ, ਤੂੰ ਤੇ ਹੱਥ ਦੇ ਵਿੱਚ ਅੱਗ ਫੜੀ, ਤੇਰੀਆਂ ਤੇ ਅੱਖਾਂ ਲਾਲ, ਤੇਰੀ ਜ਼ੁਬਾਨ ਤੋਂ ਅੱਗ ਡੁੱਲਦੀ ਪਈ, ਪਿੱਟਿਆ ਕਿਵੇਂ ਗਿਆ? ਉਹਨੇ ਫਿਰ ਜਦੋਂ ਦੱਸਿਆ ਕਿ ਮਹਾਰਾਜ 4 ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਕਾਰ ਆਪਣੇ ਚੌਂਕੇ 'ਚ ਨਹੀਂ ਵੜਨ ਦਿੰਦੇ, ਨਹੀਂ ਤੇ ਉਹਦੇ ਨਾਲ ਚੌਂਕਾ ਪਿੱਟਿਆ ਜਾਂਦਾ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਦੀ ਵਿਚਾਰ ਹੋਈ, ਮੈਂ ਸਮੇਂ 'ਚ ਕਵਾਂ, ਸਤਿਗੁਰਾਂ ਨੇ ਕਿਹਾ ਫਿਰ ਤੇਰੇ ਅੰਦਰ ਸਾਰਾ ਕੁਝ ਬੈਠਾ, ਜਿਨ੍ਹਾਂ ਨੂੰ ਤੂੰ ਬਾਹਰ ਕਹਿੰਦਾ ਵੀ ਇਹ ਸ਼ੂਦਰ ਹੈ, ਇਹ ਇਸ ਤਰ੍ਹਾਂ ਦਾ ਹੈ, ਆ ਡੂਮ ਹੈ, ਆ ਮਰਾਸੀ ਹੈ, ਜਾਂ ਇਹ ਫਲਾਣੀ ਜਾਤ ਵਾਲਾ ਹੈ, ਇਹ ਅੰਦਰ ਵੜ ਜਾਂਦਾ ਤੇ ਚੌਂਕਾ ਪਿੱਟਿਆ ਜਾਂਦਾ। ਸਭ ਕਹਿੰਦੇ, ਕਾਰੀ ਕੱਢੀ ਕਿਆ ਥੀ ਹੈ, ਜਾਂ ਚਾਰੇ ਬੈਠੀਆਂ ਨਾ, ਤੇਰੀਆਂ ਲਕੀਰਾਂ ਕੱਢੀਆਂ ਕੀ ਕਰਨਗੀਆਂ? ਤੇਰੇ ਅੰਦਰ ਤੇ ਚਾਰੇ ਬੈਠੀਆਂ ਨੇ, ਕਿਹੜੀਆਂ? ਕਬੁੱਧ ਡੂਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਕੋ ਦਇਆ ਡੂਮਣੀ ਬਣ ਕੇ ਤੇਰੇ ਅੰਦਰ ਬੈਠੀ, ਪਰ ਨਿੰਦਾ ਕਬੁੱਧ ਡੂਮਣੀ ਕੋ ਦਇਆ ਕਸਾਇਣ, ਖੋਟੀ ਦਇਆ ਭਾਵ ਦਇਆ ਤੋਹੀਣਾ, ਕੋ ਦਇਆ ਹੋ ਜਾਣਾ, ਦਇਆ ਰਹਿਤ ਹੋ ਜਾਣਾ, ਇੱਕ ਕਸਾਈ ਬਿਰਤੀ ਤੇਰੇ ਅੰਦਰ ਬੈਠੀ ਹੈ। ਕਬੁੱਧ ਡੂਮਣੀ ਕੋ ਦਇਆ ਕਸਾਇਣ, ਪਰ ਨਿੰਦਾ, ਪਰਾਈ ਨਿੰਦਾ ਜਿਹੜੀ ਹੈ ਇਹ ਵੀ ਬੈਠੀ ਹੈ, ਘਟ ਚੂਹੜੀ। ਫਿਰ ਕਬੁੱਧ ਡੂਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਫਿਰ ਉਹਨੂੰ ਜਦੋਂ ਸੰਸਾਰ ਦੇ ਵਿੱਚ ਆਪਾਂ ਇਹ ਜਾਤਾਂ ਵੰਡੀਆਂ ਨੇ, ਪਰ ਮੈਂ ਹਰ ਵਕਤ ਇਹ ਬੇਨਤੀ ਕਰਦਾ ਕਿ ਨਹੀਂ, ਅਸੀਂ ਇਹ ਜਾਤਾਂ ਜਿਹੜੀਆਂ ਸਿੱਖ ਦੇ ਨਾਲ ਕਦੀ ਨਾ ਲਾਈਏ। ਦੇਖੋ ਸਿੱਧੇ ਸ਼ਬਦ 'ਚ ਕਵਾਂ, ਇੱਕ ਪਾਸੇ ਆਪਾਂ ਕਹਿ ਦਿੰਦੇ ਇਹ ਮਜ਼ਹਬੀ ਸਿੱਖ ਹੈ, ਮਾਫ਼ ਕਰਿਓ, ਨਾਲੇ ਅਸੀਂ ਕਹਿ ਦਿੰਦੇ ਮਜ਼ਹਬੀ, ਨਾਲੇ ਕਹਿ ਦਿੰਦੇ ਸਿੱਖ ਹੈ। ਜੇ ਸਿੱਖ ਹੀ ਹੋ ਗਿਆ ਤੇ ਫਿਰ ਉਹ ਮਜ਼ਹਬੀ ਜਾਂ ਉਹ ਕਿਸੇ ਜਾਤ ਵਾਲਾ ਕਿਵੇਂ ਰਹਿ ਗਿਆ? ਆਪਾਂ ਕਹਿ ਦਿੰਦੇ ਦਲਿਤ ਸਿੱਖ ਹੈ, ਨਹੀਂ ਗੁਰਮੁਖੋ, ਜਿਹੜਾ ਸਿੱਖ ਹੀ ਹੋ ਗਿਆ ਉਹ ਫਿਰ ਦਲਿਤ ਸਿੱਖ ਕਿਵੇਂ ਰਹਿ ਗਿਆ? ਜਦੋਂ ਆਪਾਂ ਇਹ ਸ਼ਬਦ ਕਹਿੰਦੇ ਫਲਾਣਾ ਸਿੱਖ ਹੈ ਜੀ, ਨਾਲ ਉਹਦੀ ਜਾਤ ਦੱਸਦੇ ਹਾਂ, ਨਾਲ ਕਹਿੰਦੇ ਇਹ ਦਲਿਤ ਸਿੱਖ ਹੈ, ਨਹੀਂ, ਜੇ ਸਿੱਖ ਹੋ ਗਿਆ ਤੇ ਉਹ ਦਲਿਤ ਨਹੀਂ ਰਹਿ ਗਿਆ, ਜੇ ਉਹ ਸਿੱਖ ਹੋ ਗਿਆ ਫਿਰ ਉਹ ਮਜ਼ਹਬੀ ਨਾ ਰਹਿ ਗਿਆ। ਵੈਸੇ ਮਜ਼ਹਬੀ ਦਾ ਅਰਥ ਸਹੀ ਸ਼ਬਦਾਂ 'ਚ ਕਰੋ ਤਾਂ ਮਜ਼ਹਬੀ, ਜੋ ਆਪਣੇ ਮਜ਼ਹਬ ਦੇ ਵਿੱਚ ਪੱਕਾ ਹੈ। ਮਜ਼ਹਬੀ ਕੋਈ ਵੀ ਹੋ ਸਕਦਾ ਹੈ, ਇੱਕ ਬ੍ਰਾਹਮਣ ਵੀ ਮਜ਼ਹਬੀ ਹੋ ਸਕਦਾ ਹੈ ਜੇ ਉਹ ਆਪਣੇ ਮਜ਼ਹਬ ਦੇ ਵਿੱਚ ਪੱਕਾ ਹੈ, ਇੱਕ ਤੁਰਕ ਵੀ ਮਜ਼ਹਬੀ ਹੋ ਸਕਦਾ ਹੈ ਜੇ ਉਹ ਆਪਣੇ ਮਜ਼ਹਬ ਦੇ ਵਿੱਚ ਪੱਕਾ, ਉਹਨੂੰ ਮਜ਼ਹਬੀ ਕਿਹਾ ਜਾਂਦਾ ਸੀ। ਪਰ ਅਸੀਂ ਇਹਦੇ ਅਰਥ ਹੀ ਜਿਹੜੇ ਉਹ ਪਲਟਾ ਕੇ ਰੱਖ ਦਿੱਤੇ। ਸੋ ਸਤਿਗੁਰੂ ਜੀ ਉੱਥੇ ਕਹਿਣ ਲੱਗੇ, ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਤੇਰੇ ਹਿਰਦੇ ਦੇ ਵਿੱਚ ਜਿਹੜੀ ਪਰਾਈ ਨਿੰਦਾ ਕਰਨੀ ਇਹ ਉਸ ਚੂਹੜੀ ਦੇ ਸਮਾਨ ਹੈ। ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਤੇ ਜਿਹੜੀ ਕ੍ਰੋਧ ਵਾਲੀ ਬਿਰਤੀ ਇਹ ਚੰਡਾਲਨੀ ਤੇਰੇ ਅੰਦਰ ਬੈਠੀ ਹੈ। ਕਾਰੀ ਕੱਢੀ ਕਿਆ ਥੀ ਹੈ, ਜਾਂ ਚਾਰੇ ਬੈਠੀਆਂ ਨਾਲ, ਮਹਾਤਮਾ ਜੀ ਲਕੀਰਾਂ ਕੱਢੀਆਂ ਕੀ ਕਰਨਗੀਆਂ? ਸਾਰਾ ਕੁਛ ਤੇ ਤੇਰੇ ਅੰਦਰ ਬੈਠਾ। ਜੇ ਅੱਗ ਲਾਉਣੀ ਤੇ ਫਿਰ ਆਪਣੇ ਅੰਦਰ ਨੂੰ ਲਾ, ਆਪਣੇ ਵੱਲ ਕਰ ਲਾਏ ਚੋ ਸਿੱਧਾ, ਕਿਉਂਕਿ ਤੇਰਾ ਅੰਦਰ ਹੀ ਪਿੱਟਿਆ ਪਿਆ। ਇਸ ਤਰ੍ਹਾਂ ਕਾਰਾਂ ਕੱਢੀਆਂ ਜਾਂਦੀਆਂ ਸੀ। ਸਾਹਿਬ ਇੱਥੇ ਹੁਕਮ ਕਰਦੇ, ਚੌਂਕੇ ਉੱਪਰ ਕਿਸੇ ਨਾ ਜਾਣਾ, ਕਹਿੰਦਾ ਮੇਰੇ ਚੌਂਕੇ 'ਚ ਕੋਈ ਨਾ ਆਵੇ। ਉੱਥੇ ਕੁੱਠਾ ਮਾਸ ਖਾ ਕੇ ਆਇਆ, ਘਰੇ ਆ ਕੇ ਲਕੀਰਾਂ ਕੱਢ ਕੇ ਕਹਿੰਦਾ ਕਿ ਦੇ ਕੇ ਚੌਂਕਾ ਕੱਢੀ ਕਾਰ, ਮੈਂ ਚੌਂਕਾ ਸੋਹਣਾ ਲਿਪਿਆ ਪੋਚਿਆ, ਕਾਰ ਕੱਢ ਲਈ ਹੈ। ਪਰ ਸਾਹਿਬ ਜੀ ਕਹਿੰਦੇ ਉੱਪਰ ਆਏ ਬੈਠੇ ਕੂੜਿਆਰ। ਸੱਚਾਈ ਇਹ ਸੀ, ਆ ਕੋਈ ਬ੍ਰਾਹਮਣ ਥੋੜ੍ਹੀ ਬੈਠੇ ਨੇ, ਤਾਂ ਸਾਰੇ ਝੂਠੇ ਬੈਠੇ ਨੇ, ਕਿਉਂਕਿ ਜਦੋਂ ਇਹਨਾਂ ਨੂੰ ਘਰੋਂ ਬਾਹਰ ਨਿਕਲ ਕੇ ਵੇਖਦੇ ਆ ਤੇ ਸਾਰੇ ਹੀ ਤੁਰਕ ਨੇ, ਤੇ ਘਰੇ ਆ ਕੇ ਧੋਤੀਆਂ ਬੰਨ੍ਹ ਕੇ ਭਾਂਡੇ ਮਾਂਜ ਕੇ ਚੌਂਕਾ ਚੰਗੀ ਤਰ੍ਹਾਂ ਲਿਪ ਕੇ
ਤੇ ਕਹਿੰਦੇ ਅਸੀਂ ਪੱਕੇ ਬ੍ਰਾਹਮਣ ਬੈਠੇ ਹਾਂ ਇਸ ਚੌਂਕੇ। ਸਾਹਿਬ ਕਹਿੰਦੇ ਬ੍ਰਾਹਮਣ ਨਹੀਂ, ਇਹ ਤਾਂ ਸਾਰੇ ਕੂੜੇਆਰ ਮਨੁੱਖ ਬੈਠੇ ਨੇ, ਝੂਠੇ ਮਨੁੱਖ ਬੈਠੇ ਹੋਏ ਹਨ। ਮਤ ਪਿਟੈ ਵੇ ਮਤ ਪਿਟੈ, ਤੇ ਲੋਕਾਂ ਨੂੰ ਕਹਿੰਦਾ ਬਾਹਰ ਆਪਣੇ ਘਰੇ, ਮੈਨੂੰ ਕੋਈ ਛੂਹਿਓ ਨਾ, ਮੇਰੇ ਸਰੀਰ ਨੂੰ ਹੱਥ ਨਾ ਲਾਇਓ, ਮਤ ਪਿਟੈ ਵੇ ਮਤ ਪਿਟੈ, ਛੂਹੋ ਨਾ ਮੈਨੂੰ, ਮਤਾ ਮੈਂ ਕਿਤੇ ਪਿਟਿਆ ਨਾ ਜਾਵਾਂ। ਕਿਉਂਕਿ ਛੂਹ ਵੀ ਮਾੜੀ ਮੰਨਦੇ ਸੀਗੇ ਵੀ ਜੇ ਕਿਸੇ ਨੇ ਮੈਨੂੰ ਹੱਥ ਲਾਤਾ ਸਰੀਰ ਨੂੰ ਮੈਂ ਪਿਟਿਆ ਜਾਵਾਂਗਾ, ਮੈਂ ਨਹਾ ਕੇ ਆਇਆ ਮੇਰੇ ਸਰੀਰ ਨੂੰ ਹੱਥ ਨਾ ਲਾ ਦੀ, ਤੇਰਾ ਪਰਛਾਵਾਂ ਵੀ ਪੈ ਜਾਏਗਾ ਤਾਂ ਮੈਂ ਪਿਟਿਆ ਜਾਵਾਂਗਾ। ਐਸਾ ਵੀ ਇਸ ਮੁਲਕ ਦੇ ਅੰਦਰ ਕਹਿ ਦਿਓ ਦੁਖਾਂਤ ਸੀ, ਜੋ ਅੱਜ ਵੀ ਚੱਲਦਾ ਪਿਆ ਕਿ ਦੁਨੀਆ ਪਰਛਾਵਿਆਂ ਦੇ ਨਾਲ ਵੀ ਕਹਿੰਦੀ ਸੀ ਜੇ ਸ਼ੂਦਰ ਦਾ ਪਰਛਾਵਾਂ ਵੀ ਮੇਰੇ ਤੇ ਪੈ ਗਿਆ ਤੇ ਮੈਂ ਤਾਂ ਵੀ ਪਿਟਿਆ ਜਾਵਾਂਗਾ। ਐਸੇ ਐਸੇ ਮਹਾਤਮਾ ਜਿਨ੍ਹਾਂ ਨੂੰ ਦੁਨੀਆ ਨੇ ਕਹਿ ਲਓ ਵੀ ਦੇਵਤਿਆਂ ਦੀ ਨਿਆਈ ਇਸ ਸੰਸਾਰ ਤੇ ਮੰਨਿਆ। ਜਦੋਂ ਮਹਾਤਮਾ ਸ਼ੰਕਰਾਚਾਰਿਆ ਦੀ ਗੱਲ ਪੜ੍ਹੀਏ ਨਾ ਤਾਂ ਉਹਨਾਂ ਦੀ ਜੀਵਨੀ 'ਚ ਘਟਨਾ ਆਉਂਦੀ, ਕਹਿੰਦੇ ਉਹ ਜਦੋਂ ਗੰਗਾ ਇਸ਼ਨਾਨ ਕਰਕੇ ਹਰ ਇੱਥੇ ਬਨਾਰਸ ਦੀ ਧਰਤੀ ਤੇ ਉਹ ਮਹਾਦੇਵ ਮੰਦਿਰ ਦੇ ਵਿੱਚ ਜਦੋਂ ਮੱਥਾ ਟੇਕਣ ਦੇ ਵਾਸਤੇ ਜਾ ਰਹੇ ਸੀਗੇ ਵਿਸ਼ਵਨਾਥ ਮੰਦਿਰ ਵਿੱਚ, ਗੰਗਾ ਤੋਂ ਇਸ਼ਨਾਨ ਕੀਤਾ। ਹੁਣ ਸ਼ੰਕਰਾਚਾਰਿਆ ਦੀ ਜਿਹੜੀ ਉਪਾਧੀ ਸੀ, ਹਿੰਦੂ ਸਮਾਜ ਉਹਨੂੰ ਕਿਸੇ ਦੇਵਤੇ ਤੋਂ ਕਹਿ ਲਓ ਸ਼ਿਵ ਜੀ ਤੋਂ ਘੱਟ ਨਹੀਂ ਸੀ ਮੰਨਦਾ। ਹੁਣ ਐਸੀ ਉੱਚੀ ਬਿਰਤੀ ਵਾਲਾ ਜਦੋਂ ਲੰਘਿਆ ਤੇ ਉਹ ਸੁਭਾਵਿਕ ਗਲੀ ਦੇ ਵਿੱਚ ਜਿਵੇਂ ਸਫਾਈ ਕਰਨ ਵਾਲੇ ਝਾੜੂ ਲਾ ਰਹੇ ਸੀ, ਉਹਦਾ ਪਰਛਾਵਾਂ ਪੈ ਗਿਆ। ਉਹ ਫਿਰ ਉੱਥੋਂ ਵਾਪਿਸ ਗਿਆ, ਉਹ ਫਿਰ ਗੰਗਾ ਇਸ਼ਨਾਨ ਕਰਕੇ ਆਇਆ। ਜਦੋਂ ਫਿਰ ਵਾਪਿਸ ਆਇਆ, ਹੁਣ ਝਾੜੂ ਲਾਉਣ ਵਾਲੇ ਤਾਂ ਉੱਥੇ ਹੀ ਫਿਰਨਾ ਸੀਗਾ, ਉਹ ਫਿਰ ਉੱਥੇ ਖੜਾ, ਉਹ ਫਿਰ ਉਹਦੇ ਪਰਛਾਵਾਂ ਉੱਤੇ ਫਿਰ ਪਿਆ। ਇੰਝ ਕਹਿੰਦੇ 2-3 ਵਾਰ ਜਦੋਂ ਨਹਾ ਕੇ ਆਇਆ ਨਾ ਤੇ ਉਹਨੇ ਉਸ ਝਾੜੂ ਲਾਉਣ ਵਾਲੇ ਨੂੰ ਫਿਰ ਗੁੱਸਾ ਕੀਤਾ ਵੀ ਤੂੰ ਇੱਥੋਂ ਹਟਦਾ ਕਿਉਂ ਨਹੀਂ ਹੈ, ਤੂੰ ਇੱਥੋਂ ਪਰਾਂ ਹੋ ਜਾ, ਤੇਰਾ ਪਰਛਾਵਾਂ ਪੈਂਦਾ, ਮੈਂ ਪਿੱਟਿਆ ਜਾਂਦਾ ਹਾਂ, ਮੈਂ ਭ੍ਰਿਸ਼ਟ ਹੋ ਜਾਂਦਾ ਹਾਂ, ਤੇਰੀ ਸ਼ੋਹ ਮਾੜੀ, ਤੇਰਾ ਪਰਛਾਵਾਂ ਮਾੜਾ। ਤੇ ਕਹਿੰਦੇ ਉਹ ਜਿਹੜਾ ਝਾੜੂ ਲਾਉਣ ਵਾਲਾ ਸੀ ਉਹ ਜਿਵੇਂ ਕਹਿ ਲਓ ਵੀ ਇੱਕ ਰੂਪ ਉਹਨੇ ਧਾਰਿਆ ਸੀ, ਅਸਲ ਦੇ ਵਿੱਚ ਉਹਨੂੰ ਕੋਈ ਉਪਦੇਸ਼ ਦੇਣ ਵਾਸਤੇ ਕੋਈ ਅਵਤਾਰ ਰਹਿਬਰੀ ਆਇਆ ਸੀ। ਉਹਨੇ ਫਿਰ ਸਮਝਾਇਆ ਕਿ ਮੇਰੇ ਪਰਛਾਵੇਂ ਨਾਲ ਤੇ ਪਤਾ ਨਹੀਂ ਤੂੰ ਪਿੱਟਿਆ ਜਾਵੇਂ ਕਿ ਨਾ, ਪਰ ਤੇਰੇ ਅੰਦਰ ਜਿਹੜਾ ਇਹ ਕੂੜ, ਇਹ ਬਿਰਤੀ ਬੈਠੀ ਹੋਈ ਨਾ, ਇਹਦੇ ਨਾਲ ਤੂੰ ਹਰ ਵੇਲੇ ਹੀ ਪਿੱਟਿਆ। ਭਾਵੇਂ ਤੂੰ ਗੰਗਾ ਇੱਕ ਵਾਰ ਛੱਡ, ਤੂੰ ਗੰਗਾ 'ਚ ਬੈਠਾ ਵੀ ਰਹਿਣਾ ਜਾ ਕੇ, ਤੂੰ ਤਾਂ ਵੀ ਪਿੱਟਿਆ ਹੀ ਰਵੇਂਗਾ। ਸੋ ਇਸ ਤਰ੍ਹਾਂ ਮੈਂ ਜ਼ਿਕਰ ਕਰਾਂ, ਸਾਹਿਬ ਕਹਿੰਦੇ ਲੋਕਾਂ ਨੂੰ ਕਹਿੰਦਾ ਮਤ ਪਿੱਟੈ ਵੇ ਮਤ ਪਿੱਟੈ, ਛੂਹੋ ਨਾ ਸਾਨੂੰ ਅਸੀਂ ਪਿੱਟੇ ਜਾਵਾਂਗੇ। ਇਹੋ ਅੰਨ ਸਾਡਾ ਫਿੱਟਾ ਹੈ, ਇਹ ਸਾਡਾ ਅੰਨ ਜਿਹੜਾ ਫਿੱਟ ਜਾਂਦਾ ਹੈ, ਭ੍ਰਿਸ਼ਟ ਹੋ ਜਾਂਦਾ ਹੈ। ਤਨ ਫਿੱਟੈ ਫੇੜ ਕਰੇਨ, ਤਨ ਫਿੱਟਦਾ ਹੈ ਸਾਡਾ। ਸੋ ਇਸ ਤਰ੍ਹਾਂ ਸਾਹਿਬ ਕਹਿੰਦੇ ਸਾਰੇ ਕਰਮ ਕਾਂਡ ਜਿਹੜੇ ਇਹ ਕਰ ਰਹੇ ਆ। ਮਨ ਝੂਠਾ ਹੈ ਚੁਲੀ ਭਰੇਨ, ਮਨ ਝੂਠਾ ਤੇ ਪੰਡਤ ਜੀ ਚੁਲੀਆਂ ਭਰਦੇ ਪਏ ਹੋ। ਇੱਕ ਚੁਲੀ ਹੁੰਦੀ ਚੁਲੀ ਕਰਨੀ, ਜਦੋਂ ਆਪਾਂ ਭੋਜਨ ਖਾਂਦੇ ਹਾਂ ਤੇ ਆਪਾਂ ਚੁਲੀ ਕਰਦੇ ਹਾਂ, ਜਿਹਨੂੰ ਅਸੀਂ ਕਹਿ ਦਿੰਦੇ ਕੁਰਲਾ ਕਰਨਾ, ਮੂੰਹ 'ਚ ਪਾਣੀ ਲੈ ਕੇ ਬਾਹਰ ਕੱਢ ਦੇਣਾ ਜਾਂ ਅੰਦਰ ਲਗਾ ਲੈਣਾ, ਇੱਕ ਚੁਲੀ ਕਰਨੀ। ਇੱਕ ਚੁਲੀ ਭਰੀ ਜਾਂਦੀ ਹੈ, ਉਹ ਇਸ ਤਰ੍ਹਾਂ ਭਰੀ ਜਾਂਦੀ, ਹੱਥ 'ਚ ਪਾਣੀ ਲੈ ਕੇ ਸੰਕਲਪ ਕੀਤਾ ਜਾਂਦਾ ਹੈ ਵੀ ਮੈਂ ਅੱਜ ਤੋਂ ਫਲਾਣਾ ਕੰਮ ਨਹੀਂ ਕਰਾਂਗਾ। ਜਜਮਾਨਾਂ ਤੋਂ ਸੰਕਲਪ ਕਰਾਉਂਦੇ ਨੇ ਬ੍ਰਾਹਮਣ, ਤੂੰ ਹੱਥ 'ਚ ਪਾਣੀ ਲੈ ਕੇ, ਚੁਲੀ ਲੈ ਕੇ ਸੰਕਲਪ ਕਰ ਮੈਂ ਇਹਨਾਂ ਦਾਨ ਕਰਾਂਗਾ, ਸੰਕਲਪ ਕਰ ਮੈਂ ਫਲਾਣੀ ਚੀਜ਼ ਦਾ ਦਾਨ ਕਰਾਂਗਾ, ਸੰਕਲਪ ਕਰ ਮੈਂ ਅੱਜ ਤੋਂ ਬਾਅਦ ਆਹ ਕੰਮ ਨਹੀਂ ਕਰਿਆ ਕਰਾਂਗਾ। ਸਾਡੇ ਵਾਲੇ ਵੀ ਬੜੇ ਬੜੇ ਸੰਕਲਪ ਕਰਦੇ ਨੇ ਤੇ ਕਰਦੇ ਉਹ ਨੇ ਜਿਹੜੀ ਚੀਜ਼ ਨੂੰ ਵਰਤਣਾ ਨਹੀਂ, ਇੰਝ ਕਹਿ ਲਓ ਜਿਹੜੀ ਚੀਜ਼ ਤੱਕ ਹੱਥ ਨਾ ਪਹੁੰਚੇ ਤੇ ਉਹਦਾ ਸੰਕਲਪ ਕਰ ਲੈਂਦੇ ਨੇ। ਜਿਵੇਂ ਕਈ ਦਫਾ ਮੈਂ ਵੇਖਿਆ ਬ੍ਰਾਹਮਣ ਕਹਿ ਰਿਹਾ ਤੂੰ ਕਿਸੇ ਇੱਕ ਫਲ ਦਾ ਤਿਆਗ ਕਰ ਦੇ। ਬੜੀ ਵਾਰ ਮੈਂ ਵੇਖੀਆਂ ਇਹ ਚੀਜ਼ਾਂ। ਜਜਮਾਨ ਨੂੰ ਕਹਿੰਦਾ ਹੱਥ 'ਚ ਚੁਲੀ ਲੈ ਕੇ ਸੰਕਲਪ ਕਰ ਮੈਂ ਜ਼ਿੰਦਗੀ 'ਚ ਆਹ ਫਲ ਨਹੀਂ ਖਾਵਾਂਗਾ, ਤੇ ਉਹ ਬੰਦਾ ਸੰਕਲਪ ਹੀ ਉਸ ਫਲ ਦਾ ਕਰਦਾ ਜਿਹੜਾ ਉਹਨੂੰ ਚੰਗਾ ਹੀ ਨਹੀਂ ਲੱਗਦਾ ਹੁੰਦਾ, ਜਿਹਨੂੰ ਉਹ ਪਹਿਲਾਂ ਹੀ ਛੱਡੀ ਬੈਠਾ ਹੁੰਦਾ, ਉਹਦਾ ਸੰਕਲਪ ਕਰ ਦਿੰਦਾ। ਜੋ ਕਵੇ ਤੂੰ ਫਲਾਣੀ ਸਬਜ਼ੀ ਨਹੀਂ ਖਾਣੀ, ਉਹ ਅੱਗੋਂ ਸੰਕਲਪ ਕਰ ਦਿੰਦਾ ਹਾਂਜੀ ਮੈਂ ਅੱਜ ਤੋਂ ਕੱਦੂ ਨਹੀਂ ਖਾਵਾਂਗਾ, ਕਿਉਂ ਕੱਦੂ ਤਾਂ ਮੈਨੂੰ ਪਹਿਲਾਂ ਹੀ ਨਹੀਂ ਚੰਗਾ ਲੱਗਦਾ। ਸੋ ਇਸ ਤਰ੍ਹਾਂ ਚੁਲੀਆਂ ਭਰਨ ਦਾ ਮਤਲਬ ਹੁੰਦਾ ਸੀ ਸੰਕਲਪ ਕਰਵਾਏ ਜਾਣੇ। ਸਾਹਿਬ ਕਹਿੰਦੇ ਮਨ ਦੇ ਝੂਠੇ ਨੇ ਤੇ ਬਾਹਰ ਚੁਲੀਆਂ ਭਰ ਭਰ ਕੇ ਹੱਥਾਂ 'ਚ ਚੰਗੇ ਚੰਗੇ ਸੰਕਲਪ, ਧਰਮ ਦੇ ਸੰਕਲਪ ਕਰਦੇ ਪਏ ਨੇ। ਕਹੋ ਨਾਨਕ ਸੱਚ ਧਿਆਈਐ, ਸਾਹਿਬ ਕਹਿੰਦੇ ਸੱਚ ਨੂੰ ਧਿਆਓ। ਆ ਕਿਹੜੇ ਕਰਮਾਂ ਦੇ ਵਿੱਚ ਪਏ ਜੇ ਚੁਲੀਆਂ ਭਰ ਕੇ ਕਿਤੇ ਰੱਬ ਮਿਲਦਾ? ਜੇ ਸੰਕਲਪ ਕਰ ਲਓ ਵੀ ਸੰਕਲਪ ਕਰ ਲਿਆ ਮੈਂ ਆਹ ਕਰਾਂਗਾ, ਮੈਂ ਉਹ ਕਰਾਂਗਾ, ਇੰਜ ਰੱਬ ਨਹੀਂ ਮਿਲਦੇ। ਤੇ ਮਾफ़ ਕਰਿਓ ਸੰਕਲਪ ਤੇ ਸਾਡੇ ਵਾਲੇ ਵੀ ਬੜੇ ਕਰਦੇ ਨੇ। ਰਾਤ ਨੂੰ ਕਹਿਣਗੇ ਪੀ ਕੇ ਮਨੁੱਖ ਸੰਕਲਪ ਕਰਦਾ ਮੈਂ ਬਸ ਅੱਜ ਤੋਂ ਚੁਲੀ ਭਰ ਲਈ, ਸਹੁੰ ਪਾਤੀ, ਕੱਲ੍ਹ ਤੋਂ ਪੀਣੀ ਨਹੀਂ, ਡੱਫਣੀ ਨਹੀਂ ਹੈ। ਪਰ ਜਦੋਂ ਸਵੇਰ ਹੁੰਦੀ, ਅਗਲੀ ਸ਼ਾਮ ਪੈਂਦੀ, ਠੰਡਾ ਜਿਹਾ ਮੌਸਮ ਹੁੰਦਾ ਤੇ ਜਦੋਂ ਕਹਿੰਦਾ ਅੱਜ ਫਿਰ ਮਨ ਕਰਦਾ ਤੇ ਉਹਨੂੰ ਜਦੋਂ ਕਹੋ ਨਾ ਰਾਤ ਤਾਂ ਤੂੰ ਸਹੁੰ ਪਾਈ ਸੀ, ਤੇ ਅੱਗੋਂ ਜਵਾਬ ਪਤਾ ਕੀ ਦਿੰਦਾ? ਉਹ ਤਾਂ ਪੀਤੀ ਖਾਧੀ ਦੇ ਵਿੱਚ ਸਹੁੰ ਪਾ ਦਿੱਤੀ, ਮੈਂ ਕਿਹੜਾ ਸੌਫੀ ਹੋ ਕੇ ਕਿਹਾ ਸੀ,
ਖਾਧੀ ਪੀਤੀ 'ਚ ਬੰਦਾ ਬੜਾ ਕੁਛ ਬੋਲਦਾ ਹੈ ਜੀ, ਉਹ ਤੇ ਖਾਧੀ ਪੀਤੀ 'ਚ ਸਹੁੰ ਪਾ ਦਿੱਤੀ ਸੀ। ਆਹ ਚੁਲੀਆਂ ਸਾਡੇ ਵਾਲੇ ਵੀ ਰੋਜ਼ ਭਰਦੇ ਹਨ। ਸੋ ਇਸ ਤਰ੍ਹਾਂ ਦਾਤਾ ਜੀ ਕਹਿੰਦੇ ਨੇ, ਕਹੋ ਨਾਨਕ ਸੱਚ ਧਿਆਈਐ, ਉਸ ਸੱਚ ਨੂੰ ਧਿਆਓ, ਸੁਚ ਹੋਵੈ ਤਾਂ ਸੱਚ ਪਾਈਐ। ਜੇ ਅੰਦਰ ਸੁਚਮਤਾ ਹੋਵੇਗੀ ਨਾ, ਤਾਂ ਉਸ ਸੱਚ ਸਰੂਪ ਪਰਮਾਤਮਾ ਨੂੰ ਪਾਇਆ ਜਾਵੇਗਾ। ਦੂਜਾ ਇਹਦਾ ਇੰਝ ਵੀ ਅਰਥ ਕਰਦੇ, ਸੁਚ ਹੋਵੈ ਤਾਂ ਸੱਚ ਪਾਈਐ। ਜਦੋਂ ਸੱਚ ਨੂੰ ਪਾਓਗੇ ਤਾਂ ਜਾ ਕੇ ਤੁਹਾਡੇ ਅੰਦਰ ਦੀ ਸੁਚਮਤਾ ਆਵੇਗੀ, ਜਿਹਨੂੰ ਧੰਨ ਗੁਰੂ ਨਾਨਕ ਤੇ ਮਹਾਰਾਜ ਕਹਿੰਦੇ ਨੇ ਕਿ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਸ ਤਰ੍ਹਾਂ ਮਤ ਪਾਪਾਂ ਦੀ ਮੈਲ ਨਾਲ ਭਰੀ, ਨਾਮ ਦਾ ਪਾਣੀ ਮਿਲੇਗਾ ਉਹ ਧੋਤੀ ਜਾਏਗੀ। ਜਿਵੇਂ ਕੱਪੜਾ ਮੈਲਾ, ਪਾਣੀ ਲੱਗੇਗਾ, ਸਾਬਣ ਲੱਗੇਗਾ, ਕੱਪੜਾ ਧੁਪੇਗਾ, ਸਾਫ਼ ਹੋ ਜਾਏਗਾ। ਇੱਕ ਤਾਂ ਇਹ ਅਰਥ ਹੈ। ਦੂਜਾ, ਜਦੋਂ ਪਾਣੀ ਦਾ ਸੰਗ ਪ੍ਰਾਪਤ ਕਰੇਗਾ ਕੱਪੜਾ ਸਾਫ਼ ਹੋ ਜਾਏਗਾ। ਸੋ ਇਸ ਤਰ੍ਹਾਂ ਦੋਨੋਂ ਹੀ ਅਰਥ ਸਹੀ ਨੇ, ਕੋਈ ਇਹਦੇ ਤੇ ਸ਼ੰਕਾ ਨਹੀਂ। ਸੋਚ ਹੋਵੈ ਤਾਂ ਸੱਚ ਪਾਈਐ। ਬਾਹਰ ਦੀ ਸੁਚਮਤਾ ਤੇ ਅੰਦਰ ਦੀ ਸੁਚਮਤਾ ਜਦੋਂ ਧਾਰਨ ਕਰ ਲਏਗਾ, ਉਦੋਂ ਤੂੰ ਸੱਚ ਸਰੂਪ ਪਰਮੇਸ਼ਰ ਨੂੰ ਪਾ ਲਏਗਾ। ਦੂਜਾ, ਜਦੋਂ ਸੱਚ ਪਾ ਲਏਗਾ, ਉਦੋਂ ਤੂੰ ਅੰਦਰੋਂ ਤੇ ਬਾਹਰੋਂ ਸਚਿਆਰ ਸੱਚਾ ਹੋ ਜਾਏਗਾ। ਪੌੜੀ ਚਿੱਤੈ ਅੰਦਰ ਸਭ ਕੋ, ਵੇਖ ਨਦਰੀ ਹੇਠ ਚਲਾਏਂਦਾ। ਪੌੜੀ ਦੇ ਅੰਦਰ ਸਾਹਿਬ ਕਿਰਪਾ ਕਰਦੇ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ, ਉਹ ਸਾਰਿਆਂ ਨੂੰ ਆਪਣੀ ਨਦਰ ਦੇ ਹੇਠਾਂ ਰੱਖ ਕੇ ਚਲਾ ਰਿਹਾ। ਆ ਸਾਰਾ ਸੰਸਾਰ ਉਹਦੀ ਨਦਰ ਦੇ ਅੰਦਰ ਹੈ, ਉਹਦੀ ਨਦਰ ਤੋਂ ਬਾਹਰ ਕੁਛ ਨਹੀਂ। ਭਾਵੇਂ ਇੰਝ ਕਹਿ ਲਓ, ਕੋਈ ਪਹਾੜ, ਕੋਈ ਗੁਫਾ ਦੇ ਵਿੱਚ ਵੀ, ਸਮੁੰਦਰ ਦੇ ਤਲ ਵਿੱਚ ਵੀ, ਪਾਤਾਲ ਵਿੱਚ ਵੀ ਕੋਈ ਬੈਠਾ ਹੈ ਤੇ ਮਤਾ ਸਮਝੇ ਕਿ ਸ਼ਾਇਦ ਮੈਂ ਕਿਹੜਾ ਉਹਨੂੰ ਦਿਸਦਾ ਪਿਆ, ਉਹ ਸਾਰੀਆਂ ਥਾਵਾਂ ਤੇ ਵੇਂਦਾ ਪਿਆ ਹੈ। ਸੋ ਚਿੱਤੈ ਅੰਦਰ, ਇੱਕ ਤਾਂ ਉਹ ਸਾਰਿਆਂ ਦੇ ਚਿੱਤ ਦੇ ਅੰਦਰ ਹੈ, ਸਾਰਿਆਂ ਦੇ ਅੰਦਰ ਬੈਠਾ ਹੀ ਉਹ ਵੇਖੀ ਜਾਂਦਾ ਹੈ। ਫਿਰ ਚਿੱਤੈ ਅੰਦਰ, ਉਹਦੇ ਚੇਤੇ ਵਿੱਚ ਸਾਰੇ ਨੇ। ਜੇ ਅਸੀਂ ਕਹੀਏ ਨਾ ਰੱਬ ਨੂੰ ਭੁੱਲ ਗਏ ਨੇ, ਨਹੀਂ, ਉਹਨੂੰ ਸਾਰੇ ਕੱਲਿਆਂ ਕੱਲਿਆਂ ਦਾ ਚੇਤਾ ਹੈ। ਕਿਉਂਕਿ ਜੇ ਉਹਦੇ ਚੇਤੇ 'ਚ ਨਾ ਹੋਣ ਨਾ, ਤੇ ਦੁਨੀਆ ਤੇ ਜਿਹੜੇ ਬੰਦੇ ਗੁਫਾਵਾਂ ਵਿੱਚ ਵੜ ਕੇ ਬੈਠੇ ਨੇ, ਉਹ ਤਾਂ ਮਰਨ ਹੀ ਨਾ ਕਦੀ। ਪਰ ਦੇਖੋ ਤੁਸੀਂ, ਸਮੁੰਦਰ 'ਚ ਬੈਠਾ ਜੀਵ ਵੀ ਮਰਦਾ ਹੈ, ਗੁਫਾਵਾਂ 'ਚ ਬੈਠੇ ਮਨੁੱਖ ਵੀ ਮਰਦੇ ਨੇ, ਆਕਾਸ਼ 'ਚ ਉੱਡਦੇ ਪੰਛੀ ਵੀ ਮਰਦੇ ਨੇ। ਕਹਿ ਲਓ ਦੁਨੀਆ ਦੇ ਕਿਸੇ ਕੋਨੇ 'ਚ ਪੱਥਰ 'ਚ ਬੈਠਾ ਕੀੜਾ ਵੀ ਮਰ ਜਾਂਦਾ ਇੱਕ ਦਿਨ। ਕਿਉਂਕਿ ਪਰਮਾਤਮਾ ਨੂੰ ਸਭ ਪਤਾ, ਉਹਨੇ ਕਿੱਥੇ ਕਿਹਨੂੰ ਬਿਠਾਇਆ, ਉਹਦੇ ਚੇਤੇ 'ਚ ਨੇ ਸਾਰੇ। ਤੇ ਉਹ ਸਮੇਂ ਨਾਲ ਸਾਰਿਆਂ ਨੂੰ ਖਿੱਚ ਲੈਂਦਾ, ਸਮੇਂ ਨਾਲ ਸਾਰਿਆਂ ਨੂੰ ਨਾਸ਼ ਕਰਦਾ। ਚਿੱਤੈ ਅੰਦਰ ਸਭ ਕੋ, ਇਸ ਤਰ੍ਹਾਂ ਸਾਰਿਆਂ ਦੇ ਚਿੱਤ ਵਿੱਚ ਉਹ ਬੈਠਾ ਤੇ ਉਹਦੇ ਚੇਤੇ ਦੇ ਵਿੱਚ ਸਾਰੇ ਜੀਵ ਨੇ। ਕੋਈ ਉਹਦੇ ਤੋਂ ਲੁਕਿਆ ਛਿਪਿਆ ਨਹੀਂ। ਮਤਾ ਕੋਈ ਕਵੇ ਵੀ ਉੱਥੇ ਕਿਹੜਾ ਰੱਬ ਵੇਂਦਾ ਪਿਆ। ਵੇਖ ਨਦਰੀ ਹੇਠ ਚਲਾਏਂਦਾ, ਸਾਹਿਬ ਜੀ ਕਹਿੰਦੇ ਉਹ ਸਾਰਿਆਂ ਨੂੰ ਆਪਣੀ ਨਦਰ ਦੇ ਹੇਠ ਚਲਾਉਂਦਾ ਹੈ। ਜਿਸ ਤਰ੍ਹਾਂ ਦੇ ਕੰਮ ਉਹਨੇ ਸੌਂਪੇ ਨੇ, ਜੋ ਕੰਮ ਉਹ ਕਰਵਾ ਰਿਹਾ, ਉਹ ਆਪਣੀ ਨਦਰ ਦੇ ਵਿੱਚ ਕਰਵਾ ਲਿਆ। ਜਿਵੇਂ ਕਹਿੰਦੇ ਆਪਾਂ ਕਈ ਵਾਰ ਘਰੇ ਕੰਮ ਕਰਵਾਏ, ਕਹਿੰਦੇ ਮੇਰੀ ਨਿਗਾਹ 'ਚ ਹੋਣਾ ਚਾਹੀਦਾ ਸਾਰਾ ਕੁਛ, ਮੈਂ ਨਿਗਾਹ ਰੱਖਣੀ ਹੈ। ਤੇ ਕਈ ਦਫਾ ਨਾ ਆਪਾਂ ਘਰਾਂ 'ਚ ਜਦੋਂ ਕੰਮ ਕਰਵਾਉਣੇ, ਕੋਈ ਵੀ ਕੰਮ ਹੋਵੇ, ਕੋਈ ਮਿਸਤਰੀ ਲੱਗੇ, ਕੋਈ ਲੱਕੜ ਦਾ ਕੰਮ ਹੈ, ਕੋਈ ਸਫਾਈ ਹੋ ਰਹੀ, ਤੇ ਬੰਦਾ ਕਈ ਵਾਰ ਪਾਸੇ ਬੈਠਾ ਹੁੰਦਾ, ਓਲੇ ਜਿਹਾ ਹੋ ਕੇ ਬਹਿ ਜਾਂਦਾ। ਉਹ ਜਿਹੜਾ ਕੰਮ ਕਰਨ ਵਾਲਾ, ਉਹਨੂੰ ਕਈ ਵਾਰ ਲੱਗਦਾ ਹੁੰਦਾ ਵੀ ਹੁਣ ਤੇ ਚਲਾ ਗਿਆ, ਤੇ ਉਹ ਕਿਸੇ ਕੰਧ ਦੇ ਓਲੇ ਜਾਂ ਕਿਸੇ ਨਿੰਮ ਦੀ ਛਾਂ ਥੱਲੇ ਦੂਰ ਕੁਰਸੀ ਢਾਹ ਕੇ ਬੈਠਾ, ਚੰਗੀ ਤਰ੍ਹਾਂ ਵੇਖ ਰਿਹਾ ਹੁੰਦਾ ਵੀ ਕੀ ਕੁਛ ਕਰਦੇ। ਫਿਰ ਆ ਕੇ ਕਹਿੰਦਾ ਵੀ ਤੁਹਾਨੂੰ ਲੱਗਦਾ ਵੀ ਮੈਂ ਵੇਂਦਾ ਨਹੀਂ, ਸਾਰਾ ਕੁਛ ਨਿਗਾਹ ਮੇਰੀ ਤੁਹਾਡੇ ਤੇ ਹੀ ਹੈ। ਭਾਵੇਂ ਮੈਂ ਰੋਟੀ ਖਾਣਾ, ਨਿਗਾਹ ਮੇਰੀ ਤੁਹਾਡੇ ਤੇ ਹੀ, ਤੁਸੀਂ ਕੀ ਕੁਛ ਕਰਦੇ ਪਏ ਜੇ। ਸੋ ਇਸ ਤਰ੍ਹਾਂ ਸਮਝ ਲਈਏ, ਜੇ ਸਾਨੂੰ ਉਹ ਨਹੀਂ ਦਿਸਦਾ ਤੇ ਨਾ ਕਦੀ ਸਮਝ ਲਈਏ ਕਿ ਉਹ ਸਾਨੂੰ ਵੇਂਦਾ ਨਹੀਂ ਪਿਆ। ਸਾਹਿਬ ਕਹਿੰਦੇ ਉਹ ਸਾਰਿਆਂ ਦੇ ਚਿੱਤ ਵਿੱਚ ਹੈ। ਤੇ ਵੇਖ ਨਦਰੀ ਹੇਠ ਚਲਾਏਂਦਾ, ਉਹ ਸਾਰਿਆਂ ਨੂੰ ਆਪਣੀ ਨਦਰ ਕਰਕੇ ਆਪਣੀ ਨਦਰ ਦੇ ਹੇਠਾਂ ਹੀ ਉਹ ਚਲਾ ਰਿਹਾ ਹੈ। ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਏਂਦਾ। ਉਹ ਆਪੇ ਵਡਿਆਈਆਂ ਦਿੰਦਾ ਤੇ ਆਪ ਹੀ ਸੋਹਣੇ ਧਰਮ ਦੇ ਕਰਮ ਕਰਵਾਉਂਦਾ। ਕਿਉਂਕਿ ਵਡਿਆਈ ਮਿਲਦੀ ਉਦੋਂ ਜਦੋਂ ਬੰਦਾ ਭਲੇ ਕਰਮ ਕਰਦਾ। ਪਰ ਹਾਂ, ਜੇ ਕਿਤੇ ਭਲਾ ਕਰਮ ਕਰਕੇ ਇਹ ਕਹਿਦਾ ਮੈਂ ਕੀਤਾ, ਤੇ ਫਿਰ ਇਹਦੇ ਵਰਗਾ ਨੀਚ ਕੋਈ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਸ ਕਹੋ ਜੋ ਭਲਾ ਕਹਾਵੈ, ਤੇ ਸਹਿ ਭਲਾਈ ਨਿਕਟ ਨਾ ਆਵੈ। ਜਿਹੜਾ ਆਪਣੇ ਆਪ ਨੂੰ ਕਹਿੰਦਾ ਨਾ ਮੈਂ ਬੜਾ ਭਲਾ, ਮੈਂ ਬੜਾ ਚੰਗਾ, ਮੈਂ ਬੜਾ ਧਰਮੀ, ਬਸ ਦੂਰੋਂ ਅੰਦਾਜ਼ਾ ਲਾ ਲਿਆ ਕਰੋ ਵੀ ਇਹਦੇ ਲਾਗੇ ਵੀ ਧਰਮ ਨਹੀਂ ਹੋਣਾ। ਇਹ ਸੱਚਾਈ। ਜਿਹੜਾ ਬੰਦਾ ਦਾਅਵਾ ਕਰਦਾ ਹੈ ਜਾਂ ਆਪਣਾ ਪ੍ਰਚਾਰ ਕਰ ਰਿਹਾ, ਮੈਂ ਬੜਾ ਧਰਮੀ, ਮੈਂ ਬੜਾ ਚੰਗਾ ਬੰਦਾ ਵਾਂ ਜੀ, ਬਸ ਮੈਂ ਤਾਂ ਇਹ ਕਹਾਂ ਤੋਂ ਉਸੇ ਵੇਲੇ ਪਿਛਾਂਹ ਹਟ ਜਾਓ। ਕਿਉਂਕਿ ਜਿਹੜਾ ਚੰਗਾ ਹੋਏਗਾ ਉਹ ਕਦੀ ਰੌਲਾ ਨਹੀਂ ਪਾਏਗਾ। ਜੇ ਚੰਗਿਆਈ ਹੋਵੇ ਕਦੀ ਦੱਸਣਾ ਨਹੀਂ ਪੈਂਦਾ। ਪਹਾੜ ਉੱਚਾ ਹੈ, ਪਹਾੜ ਕਦੀ ਅਨਾਊਂਸਮੈਂਟਾਂ ਤਾਂ ਨਹੀਂ ਕਰਦਾ ਵੀ ਮੈਂ ਬੜਾ ਉੱਚਾ ਜੀ, ਆਓ ਮੈਨੂੰ ਵੇਖੋ।
ਉਹ ਉੱਚਾ ਹੈ, ਆਪੇ ਹੀ ਦਿਸ ਪੈਂਦਾ ਹੈ। ਸਮੁੰਦਰ ਵੱਡਾ ਹੈ, ਸਮੁੰਦਰ ਕਦੀ ਇਸ਼ਤਿਹਾਰਬਾਜ਼ੀ ਨਹੀਂ ਕਰਦਾ, ਰੌਲਾ ਨਹੀਂ ਪਾਉਂਦਾ ਮੈਂ ਬੜਾ ਵੱਡਾ ਜੀ, ਦੁਨੀਆ ਤੇ ਮੇਰੇ ਵਰਗਾ ਹੈ ਹੀ ਕੋਈ ਨਹੀਂ, ਦਰਿਆ ਵੀ ਮੇਰੇ ਤੋਂ ਛੋਟੇ, ਨਦੀਆਂ ਵੀ ਮੇਰੇ ਤੋਂ ਛੋਟੀਆਂ। ਉਹ ਸ਼ਾਂਤ ਬੈਠਾ, ਉਹਨੂੰ ਪਤਾ ਮੈਂ ਵੱਡਾ ਤੇ ਮੈਂ ਵੱਡਾ ਹੀ ਹਾਂ। ਇਹ ਨਹੀਂ ਕਿ ਮੈਂ ਰੌਲਾ ਪਾਵਾਂਗਾ ਮੈਂ ਤਾਂ ਹੀ ਵੱਡਾ ਹੋਵਾਂਗਾ। ਪਹਾੜ ਕਦੀ ਰੌਲਾ ਨਹੀਂ ਪਾਉਂਦੇ, ਸਮੁੰਦਰ ਕਦੀ ਰੌਲਾ ਨਹੀਂ ਪਾਉਂਦਾ। ਸੋ ਇਸ ਤਰ੍ਹਾਂ ਜਿਹੜੇ ਵੱਡੇ ਨੇ ਉਹ ਕਦੀ ਰੌਲਾ ਨਹੀਂ ਪਾਉਂਦੇ, ਜਿਹੜਾ ਛੋਟਾ ਹੁੰਦਾ ਨਾ ਉਹ ਰੌਲਾ ਪਾ ਪਾ ਕੇ ਦੱਸਦਾ ਮੈਂ ਬੜਾ ਵੱਡਾ ਹਾਂ। ਜਿਸ ਦੇ ਅੰਦਰ ਸੱਚ ਹੈ ਉਹਨੂੰ ਲੋੜ ਹੀ ਨਹੀਂ ਪੈਂਦੀ ਦੱਸਣ ਦੀ ਮੇਰੇ ਅੰਦਰ ਸੱਚ ਹੈ, ਉਹਦਾ ਸੱਚ ਆਪ ਹੀ ਪ੍ਰਗਟ ਹੋ ਜਾਂਦਾ ਹੈ। ਤੇ ਜਿਸ ਦੇ ਕੋਲ ਝੂਠ ਹੈ, ਜਿਵੇਂ ਕਹਿੰਦੇ ਝੂਠ ਤੇ ਪਰਦੇ ਪਾਉਣੇ ਪੈਂਦੇ ਨੇ, ਸੱਚ ਤੇ ਕਾਹਦੇ ਪਰਦੇ ਨੇ। ਹੁਣ ਇੱਕ ਨਕਲੀ ਚੀਜ਼ ਮਾਰਕੀਟ 'ਚ ਵੇਚਣੀ ਹੋਵੇ ਨਾ ਦੁਕਾਨਦਾਰ ਨੇ, ਉਹਨੂੰ 100 ਗੱਲਾਂ ਬਣਾਉਣੀਆਂ ਪੈਂਦੀਆਂ ਨੇ, ਤੇ ਅਸਲੀ ਚੀਜ਼ ਉਹ ਚੁੱਪ ਕਰਕੇ ਰੱਖ ਦਿੰਦਾ। ਉਹਨੂੰ ਬਹੁਤਾ ਕੁਛ ਉਹਦੇ ਤੇ ਦੱਸਣਾ, ਬਹੁਤੇ ਪੋਚੇ ਨਹੀਂ ਪਾਉਣੇ ਪੈਂਦੇ, ਉਹ ਆਪਣੇ ਆਪ ਹੀ ਵਿਕ ਜਾਂਦੀ ਕਈ ਵਾਰ। ਸੋ ਇਸ ਤਰ੍ਹਾਂ ਕਹਿ ਲਈਏ ਜਿਹੜਾ ਇਹ ਦਾਅਵੇ ਪ੍ਰਚਾਰ ਕਰਦਾ ਮੈਂ ਬੜਾ ਚੰਗਾ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਯਾਦ ਰੱਖਿਓ ਤਿਸਹਿ ਭਲਾਈ ਨਿਕਟ ਨਾ ਆਵੇ, ਉਹਦੇ ਭਲਾਈ ਤਾਂ ਨੇੜੇ ਵੀ ਨਹੀਂ ਹੋਏਗੀ ਕਿਤੇ। ਮਾਲਕ ਆਪ ਵਡਿਆਈਆਂ ਦੇ ਕੇ ਆਪੇ ਭਲੇ ਕਰਮ ਕਰਾਉਂਦਾ ਹੈ। ਜਦੋਂ ਵਡਿਆਈ ਮਿਲਦੀ ਚੰਗੇ ਕਰਮਾਂ ਨਾਲ ਮਿਲਦੀ ਹੈ, ਤਾਂ ਨਹੀਂ ਤੁਸੀਂ ਚੋਰੀ ਕਰਕੇ ਆਏ ਤੇ ਦੁਨੀਆ ਬੜੀ ਵਾਹ ਵਾਹ ਕਰਦੀ ਪਈ ਹੈ ਤੁਹਾਡੀ। ਸੋ ਆਪੇ ਹੀ ਕਰਮ ਕਰਾਏਂਦਾ, ਉਹ ਭਲੇ ਕਰਮ ਧਰਮ ਦੇ ਕਰਮ ਆਪ ਕਰਵਾਉਂਦਾ ਹੈ। ਤਾਂ ਦਾਤਾਰ ਪਾਤਸ਼ਾਹ ਜੀ ਕਹਿੰਦੇ ਫਿਰ ਇਸ ਤਰ੍ਹਾਂ ਆਪ ਵਡਿਆਈਆਂ ਦਿੰਦਾ। ਜੇ ਦੁਨੀਆ 'ਚ ਮਾਣ ਸਨਮਾਨ ਕਿਤੇ ਕੌਮ ਪੰਥ 'ਚ ਮਿਲੇ ਤੇ ਹੰਕਾਰ ਨਾ ਕਰੋ, ਬਚਨ ਕਿਆ ਕਰੋ ਗੁਰੂ ਕਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਪਰ ਸਾਡੇ ਹਾਲਤ ਕੀ ਨੇ, ਜੇ ਕਿਸੇ ਨੇ ਕਹਿ ਦਿੱਤਾ ਵਾਹ ਜੀ ਵਾਹ, ਆਨੰਦ ਆ ਗਿਆ ਸੁਣ ਕੇ, ਤੇ ਸਾਡੇ ਪੈਰ ਨਹੀਂ ਪੁੰਜੇ ਲੱਗਦੇ, ਪਤਾ ਨਹੀਂ ਮੈਂ ਕਿੰਨੀ ਕੁ ਸੋਹਣੀ ਕਥਾ ਕਰ ਦਿੱਤੀ। ਬਿਰਤੀ ਇਹ ਨਹੀਂ ਕਹਿੰਦੀ ਕਿ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਮੈਨੂੰ ਕੌਣ ਜਾਣਦਾ ਸੀ ਦੁਨੀਆ 'ਚ, ਤਾਂ ਤੇਰੇ ਸ਼ਬਦ ਨਾਲ ਜੁੜੇ ਤੇ ਦੁਨੀਆ ਨੂੰ ਪਤਾ ਲੱਗ ਗਿਆ ਸੀ ਕੌਣ ਆ, ਨਹੀਂ ਤੇ ਸ਼ਾਇਦ ਅਸੀਂ ਵੀ ਦੁਨੀਆ ਦੇ ਆਮ ਮਨੁੱਖਾਂ ਤਰ੍ਹਾਂ ਰੋਲ ਖੁੱਲ ਜਾਂਦੇ। ਪਰ ਨਹੀਂ, ਐਸੀਆਂ ਬਿਰਤੀਆਂ ਨਹੀਂ ਬਣ ਪਾਉਂਦੀਆਂ। ਸੋ ਦਾਤਾ ਜੀ ਕਹਿੰਦੇ ਉਹ ਭਲੇ ਕਰਮ ਕਰਾ ਕੇ ਵਡਿਆਈ ਦਿੰਦਾ। ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦਾ ਲਾਏਂਦਾ, ਉਹ ਇਸ ਧਰਤੀ ਤੇ ਸਾਰਿਆਂ ਤੋਂ ਵੱਡਾ ਹੈ। ਫਿਰ ਵੱਡੋ ਵੱਡਾ ਵੱਡ ਮੇਦਨੀ, ਉਹਦੀ ਧਰਤੀ ਵੀ ਬੜੀ ਵੱਡੀ ਹੈ। ਇੱਕ ਤਾਂ ਦਿਸਦੀ ਹੋਈ ਧਰਤੀ ਤੇ ਕੁਛ ਵੀ ਨਹੀਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਧਰਤੀ ਹੋਰ ਪਰੈ ਹੋਰ ਤਿਸਤੇ ਪਹਾੜ ਤਲੈ ਕਵਣ ਜੋਰ। ਇਹ ਧਰਤੀਆਂ ਪਤਾ ਹੀ ਨਹੀਂ ਪਰੇ ਕਿੰਨੀਆਂ ਤੋਂ ਕਿੰਨੀਆਂ, ਹਾਲੇ ਤੇ ਸਾਇੰਸ ਦੀ ਪਕੜ 'ਚ ਹੀ ਕੁਛ ਨਹੀਂ ਆਇਆ। ਇਸ ਧਰਤੀ ਤੋਂ ਵੱਡੀਆਂ ਧਰਤੀਆਂ ਨੇ ਜਿਹੜੀਆਂ ਉਹਦੇ ਕੋਲ ਨੇ, ਜਿਹੜੀਆਂ ਸ਼ਾਇਦ ਹਾਲੇ ਤੱਕ ਸਾਨੂੰ ਦਿਸੀਆਂ ਨਹੀਂ, ਜਿਨ੍ਹਾਂ ਦੀ ਸੂਹ ਖਬਰ ਤੱਕ ਨਾ ਲੱਗੀ। ਸਾਹਿਬ ਜੀ ਕਹਿੰਦੇ ਉਹ ਆਪ ਵੀ ਵੱਡਾ ਹੈ ਤੇ ਵੱਡ ਮੇਦਨੀ, ਉਹਦੀ ਸ੍ਰਿਸ਼ਟੀ ਉਹਦੀ ਧਰਤੀ ਬਹੁਤ ਵੱਡੀ। ਸਿਰੇ ਸਿਰ ਧੰਦਾ ਲਾਏਂਦਾ, ਉਹ ਸਾਰਿਆਂ ਨੂੰ ਸਾਜ ਕਰਕੇ ਸਾਰਿਆਂ ਨੂੰ ਉਹਨਾਂ ਦੇ ਕੰਮਾਂ ਦੇ ਮੂਜਬ ਵੱਖ-ਵੱਖ ਧੰਦਿਆਂ ਦੇ ਵਿੱਚ ਵੱਖ-ਵੱਖ ਕੰਮਾਂ ਦੇ ਵਿੱਚ ਲਾਉਂਦਾ। ਪਰ ਅਖੀਰ ਸਾਹਿਬ ਜੀ ਕਹਿੰਦੇ ਯਾਦ ਰੱਖਿਓ ਨਦਰ ਉਹ ਪੱਠੀ ਜੇ ਕਰੇ, ਸੁਲਤਾਨਾ ਕਾਹੁ ਕਰਾਏਂਦਾ। ਜੇ ਮਾਲਕ ਕਿਤੇ ਉਹ ਪੱਠੀ ਨਿਗਾਹ ਕਰ ਦੇ ਨਾ, ਪੁੱਠੀ ਨਿਗਾਹ ਕਰ ਦਵੇ, ਨਦਰ ਕਰ ਦਵੇ, ਤਾਂ ਸੁਲਤਾਨਾਂ ਨੂੰ ਵੀ ਘਾਹ ਚਰਾ ਕੇ ਰੱਖ ਦਿੰਦਾ ਹੈ। ਜਦੋਂ ਅਸੀਂ ਸ਼ਾਹਜਹਾਂ ਦੀ ਜੀਵਨੀ ਪੜ੍ਹੀਏ ਨਾ, ਤੇ 4 ਤਖਤ ਜਿਹੜੇ ਸੀ ਉਹ ਮੁਗਲ ਸਰਕਾਰ ਦੇ ਮੰਨੇ ਜਾਂਦੇ ਸੀ। ਦਿੱਲੀ, ਲਾਹੌਰ, ਉਸ ਤੋਂ ਬਾਅਦ ਕਲਾਨੌਰ ਤੇ ਇੱਕ ਆਗਰਾ। ਜਦੋਂ ਸ਼ਾਹਜਹਾਂ ਲਾਹੌਰ ਦੇ ਵਿੱਚ ਸੀ ਨਾ, ਤੇ ਇੱਕ ਸਿੱਖ ਗੁਰੂ ਕਾ ਬਾਣੀ ਪੜ੍ਹਦਾ ਪਿਆ ਸੀਗਾ ਸੰਮਣ ਮੂਸਣ ਦੇ ਬਿਰਜ ਦੇ ਕੋਲ। ਬੁਰਜ ਜਿਹੜਾ ਸੀ ਉੱਥੇ ਬਾਣੀ ਪੜ੍ਹਦਾ ਸੀ। ਤੇ ਇਸ ਬਾਣੀ ਦੇ ਵਿੱਚ ਜਦੋਂ ਆਸਾ ਕੀ ਵਾਰ ਦਾ ਪਾਠ ਕਰ ਰਹੇ ਸੀ, ਉਹਨੇ ਸ਼ਬਦ ਪੜ੍ਹਿਆ ਨਦਰ ਉਪੱਠੀ ਜੇਕਰ ਸੁਲਤਾਨਾ ਘਾਹੁ ਕਰਾਏਂਦਾ। ਪਰਮਾਤਮਾ ਪੁੱਠੀ ਨਿਗਾਹ ਕਰਦੇ ਤੇ ਉਹ ਬਾਦਸ਼ਾਹਾਂ ਨੂੰ ਘਾਹ ਚਰਵਾ ਸਕਦਾ ਹੈ। ਜਦੋਂ ਅਸੀਂ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ ਨਾ, ਘਾਹੋ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇ ਖਾਲੇ ਛਲੀ ਕਰੇ ਅਸਗਾ। ਉਹ ਘਾਹ ਖਾਣ ਵਾਲਿਆਂ ਨੂੰ ਮਾਸ ਖਵਾ ਦਿੰਦਾ ਕਈ ਵਾਰ। ਮੈਂ ਖੁਦ ਵੇਖਿਆ ਜ਼ਿੰਦਗੀ 'ਚ, ਗਾਂ ਬਿਲਕੁਲ ਸ਼ਾਕਾਹਾਰੀ ਜੀਵ ਹੈ ਪਰ ਮਾਸ ਖਾਂਦੀ ਵੇਖੀ ਹੈ। ਕਮਾਲ ਦੀ ਗੱਲ ਹੈ। ਇਸ ਗੱਲ ਦਾ ਨਹੀਂ ਯਕੀਨ, ਤੁਸੀਂ ਨੈੱਟ 'ਤੇ ਵੀ ਕਦੀ ਵੇਖ ਸਕਦੇ ਹੋ, ਅੱਖੀਂ ਵੇਖੀਆਂ ਗੱਲਾਂ ਨੇ। ਸੋ ਇਸ ਤਰ੍ਹਾਂ ਮਾਲਕ ਜਦੋਂ ਆਉਂਦਾ ਆਪਣੀ ਖੇਡ ਦੇ ਵਿੱਚ, ਉਹ ਘਾਹ ਖਾਣ ਵਾਲਿਆਂ ਨੂੰ ਮਾਸ ਖਵਾ ਦਿੰਦਾ ਤੇ ਮਾਸ ਖਾਣ ਵਾਲੇ ਸ਼ੇਰਾਂ ਤੋਂ ਘਾਹ ਵੀ ਚਰਵਾ ਕੇ ਰੱਖ ਦਿੰਦਾ ਉਹ। ਖੈਰ, ਸੁਲਤਾਨਾਂ ਦੀ ਗੱਲ ਉਹਨੇ ਸ਼ੰਕਾ ਕੀਤਾ ਸਿੱਖ ਤੇ, ਕਹਿੰਦਾ ਜੀ ਇਹ ਕਿਸ ਤਰ੍ਹਾਂ, ਇਹਦੇ ਅਰਥ ਕੀ ਵੀ ਸੁਲਤਾਨਾ ਬਾਦਸ਼ਾਹਾਂ ਤੋਂ ਘਾਹ ਚਰਵਾ ਕੇ ਰੱਖ ਦਿੰਦਾ, ਉਹ ਮਨੁੱਖ ਥੋੜ੍ਹੀ ਕਦੀ ਇਸ ਤਰ੍ਹਾਂ ਘਾਹ ਖਾਵੇਗਾ। ਉਹ ਕਹਿੰਦਾ ਵੀ ਇਹ ਗੁਰੂ ਨਾਨਕ ਦੇ ਬਚਨ ਨੇ, ਕਦੀ ਝੂਠ ਨਹੀਂ ਹੋਣਗੇ। ਸੋ ਖੈਰ ਸਮਾਂ ਕਾਫੀ ਲੰਘਿਆ ਨਾ, ਜਦੋਂ ਫਿਰ ਸ਼ਾਹਜਹਾਂ ਨੂੰ ਦਿੱਲੀ ਕੈਦ ਕੀਤਾ ਗਿਆ, ਜਦੋਂ ਕਾਫੀ ਇਹਨਾਂ ਦਾ ਆਪਸ ਦੇ ਵਿੱਚ ਭਰਾਵਾਂ ਦਾ ਪਿਤਾ ਦੇ ਨਾਲ ਬੜਾ, ਜਦੋਂ ਇਹਨਾਂ ਦਾ ਜਿਵੇਂ ਕਹਿ ਲਓ
ਰਾਜ ਦਰਬਾਰ ਨੂੰ ਲੈ ਕੇ ਰੌਲਾ ਚੱਲਿਆ। ਸ਼ਾਹਜਹਾਨ ਨੂੰ ਦਿੱਲੀੋਂ ਕੈਦ ਕੀਤਾ। ਇਹਨੂੰ ਆਗਰੇ ਲਿਜਾਇਆ ਜਾ ਰਿਹਾ ਸੀ, ਹਾਥੀ ਤੇ ਬੰਨ੍ਹ ਕੇ, ਬਿਠਾ ਕੇ ਹਾਥੀ ਤੇ। ਰਾਹ ਦੇ ਵਿੱਚ ਭੁੱਖ ਦੇ ਨਾਲ ਇਹਦੀ ਜਾਨ ਨਿਕਲਦੀ ਸੀ। ਇਹਨੇ ਰਸਤੇ ਦੇ ਵਿੱਚ ਇੱਕ ਬਹਾਨਾ ਮਾਰਿਆ ਵੀ ਮੈਨੂੰ ਲਘੂ ਸ਼ੰਕਾ ਆਇਆ, ਭਾਵ ਮੈਂ ਵਾਸ਼ਰੂਮ ਜਾਣਾ ਹੈ। ਹੁਣ ਹਾਥੀ ਰੋਕਿਆ ਗਿਆ, ਇਹਨੂੰ ਥੱਲੇ ਉਤਾਰਿਆ ਗਿਆ। ਰਾਹ ਤੋਂ ਥੱਲੇ ਜਿਵੇਂ ਆਪਾਂ ਕਈ ਵਾਰ ਰਾਹ ਪਰਾ ਜਾਂਦੇ ਆ, ਖੁੱਲ੍ਹੇ ਥਾਵਾਂ ਪੈਲੀਆਂ ਦੇ ਵਿੱਚ ਆਪਾਂ ਫਿਰ ਕਿਰਿਆ ਕਰਨ ਵੜ ਜਾਂਦੇ ਆ। ਉੱਥੇ ਰਾਹ 'ਤੇ ਖੇਤ ਸੀ। ਇਹ ਜਦੋਂ ਖੇਤ ਦੇ ਕੋਲ ਇਹਨੂੰ ਉਤਾਰਿਆ, ਦੌੜ ਕੇ ਉਸ ਖੇਤ ਦੇ ਵਿੱਚ ਵੜਿਆ। ਉਹ ਛੋਲਿਆਂ ਦਾ ਖੇਤ ਸੀਗਾ ਤੇ ਜਾ ਕੇ ਉਹ ਛੋਲਿਆਂ ਦੀ ਖੜੀ ਹੋਈ ਫਸਲ ਨੂੰ ਮੂੰਹ ਮਾਰਨ ਲੱਗ ਪਿਆ। ਹੱਥ ਵੀ ਇਹਦੇ ਬੰਨੇ ਹੋਏ ਸੀ, ਜਾ ਕੇ ਮੂੰਹ ਮਾਰਨ ਲੱਗ ਪਿਆ ਉਹਨੂੰ ਮੂੰਹ ਦੇ ਨਾਲ। ਜਿਵੇਂ ਕਹਿ ਦਿਓ ਕੋਈ ਜਾਨਵਰ, ਕੋਈ ਬੱਕਰੀ ਜਿਵੇਂ ਪੱਤੇ ਤੋੜ ਤੋੜ ਖਾਂਦੀ, ਇਸ ਤਰ੍ਹਾਂ ਮੂੰਹ ਦੇ ਨਾਲ ਖੜੇ ਹੋਏ ਛੋਲੇ ਜਿਹੜੇ ਸੀਗੇ, ਉਹਦੇ ਪੱਤੇ, ਉਹ ਫਲ ਉਹਨਾਂ ਨੂੰ ਚੱਬਣ ਲੱਗਾ। ਉਦੋਂ ਗੁਰੂ ਨਾਨਕ ਪਾਤਸ਼ਾਹ ਦੇ ਇਹ ਬਚਨ ਜੋ ਸਿੱਖ ਦੀ ਰਸਨਾ ਤੋਂ ਸੁਣੇ ਸੀ ਕਿ ਨਦਰ ਪੱਠੀ ਜੇਕਰ ਸੁਲਤਾਨਾ ਕਾਹੋ ਕਰਾਏਂਦਾ। ਮਾਲਕ ਖੁਦਾ ਪਰਮਾਤਮਾ ਪੁੱਠੀ ਨਿਗਾਹ ਕਰ ਦਵੇ, ਸੁਲਤਾਨਾ ਬਾਦਸ਼ਾਹਾਂ ਨੂੰ ਵੀ ਘਾਹ ਚਰਨ ਲਾ ਦਿੰਦਾ। ਉਹ ਘਾਹ ਚਰਨ ਵਾਲੀ ਪ੍ਰਕਿਰਿਆ ਸੀ ਸਾਰੀ। ਸੋ ਇਸ ਤਰ੍ਹਾਂ ਦਾਤਾਰ ਪਾਤਸ਼ਾਹ ਕਹਿੰਦੇ ਨੇ, ਸਾਰਿਆਂ ਨੂੰ ਸਮਝਾਉਂਦੇ ਨੇ, ਇਹਨਾਂ ਖੱਤਰੀਆਂ ਨੂੰ ਵੀ ਸਮਝਾ ਰਹੇ, ਸਿੱਖਾਂ ਨੂੰ ਵੀ ਸਮਝਾ ਰਹੇ ਕਿ ਮਾਲਕ ਤੋਂ ਹਮੇਸ਼ਾ ਡਰ ਕੇ ਰਹੋ। ਕਦੀ ਐਸਾ ਨਾ ਹੋਵੇ ਉਹ ਪੁੱਠੀ ਨਿਗਾਹ ਕਰ ਦਵੇ। ਉਹਦੀ ਪੁੱਠੀ ਨਿਗਾਹ ਵਿੱਚ ਬੜਾ ਕੁਛ ਹੈ, ਉਹਦੀ ਸਿੱਧੀ ਨਿਗਾਹ ਦੇ ਵਿੱਚ ਵੀ ਬੜਾ ਕੁਛ ਹੈ। ਕਿਉਂਕਿ ਜਦੋਂ ਅਸੀਂ ਬਚਨ ਪੜ੍ਹਦੇ, ਖਿਨ ਮਹਿ ਰਾਓ ਰੰਕ ਕਉ ਕਰਈ, ਰਾਓ ਰੰਕ ਕਰ ਡਾਰੈ, ਰੀਤੇ ਭਰੇ ਭਰੇ ਸਖਨਾਵੈ, ਇਹ ਤਾਂ ਕੋ ਵਿਵਹਾਰ ਹੈ। ਉਹ ਖਿਨ ਦੇ ਵਿੱਚ ਗਰੀਬਾਂ ਨੂੰ ਰਾਜੇ, ਰਾਜਿਆਂ ਨੂੰ ਗਰੀਬ ਕਰਕੇ ਰੱਖ ਦਿੰਦਾ। ਉਹ ਰੁਲਦਿਆਂ ਨੂੰ ਬਾਦਸ਼ਾਹੀਆਂ ਦੇ ਦਿੰਦਾ, ਬਾਦਸ਼ਾਹੀਆਂ ਨੂੰ ਰੋਲ ਦਿੰਦਾ। ਰੀਤੇ ਭਰੇ ਭਰੇ ਸਖਨਾਵੈ, ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰ ਦਿੰਦਾ। ਦਾਤਾ ਜੀ ਕਹਿੰਦੇ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਾਰ ਮੰਗਣ ਭਿੱਖ ਨਾ ਪਾਏਂਦਾ। ਕਈ ਵਾਰ ਐਸੇ ਹਾਲਤ ਹੋ ਜਾਂਦੇ ਨੇ, ਦਾਰਾ ਸ਼ਕੋਹ ਵਰਗਿਆਂ ਦੀ ਵੀ ਜੀਵਨੀ ਪੜ੍ਹ ਕੇ ਵੇਖੋ, ਬੜੇ ਬੜੇ ਬਾਦਸ਼ਾਹਾਂ ਦੀਆਂ ਜੀਵਨੀਆਂ ਇਸ ਧਰਤੀ 'ਤੇ, ਜਿਹੜੇ ਮੰਗਣ ਤੁਰੇ ਸੀ ਤੇ ਲੋਕਾਂ ਨੇ ਉਹਨਾਂ ਦੇ ਭਾਂਡਿਆਂ 'ਚ ਰੋਟੀ ਦਾ ਟੁੱਕ ਨਾ ਪਾਇਆ। ਸਮੇਂ ਦੇ ਬਾਦਸ਼ਾਹ ਸੀ, ਕਦੀ ਹਕੂਮਤਾਂ ਕਰਦੇ ਸੀ, ਰਾਜ ਭੋਗਦੇ ਸੀ, ਤੇ ਜਿਸ ਦਿਨ ਮੰਗਣ ਵਾਸਤੇ ਤੁਰੇ, ਦੁਨੀਆ ਨੂੰ ਉਹਨਾਂ ਦੀ ਕੌਲੀ, ਉਹਨਾਂ ਦੀ ਕਟੋਰੀ 'ਚ ਇੱਕ ਰੋਟੀ ਦਾ ਟੁਕੜਾ ਤੱਕ ਨਾ ਪਾਇਆ। ਇਸ ਲਈ ਸਾਹਿਬ ਕਹਿੰਦੇ ਦਾਰ ਮੰਗਣ ਭਿੱਖ ਨਾ ਪਾਏਂਦਾ। ਮੰਗਦੇ ਨੇ ਤੇ ਭਿੱਖਿਆ ਵੀ ਨਹੀਂ ਮਿਲਦੀ ਕਈ ਵਾਰ ਕਿਸੇ ਦਰਵਾਜ਼ੇ ਤੋਂ। ਇਸ ਤਰ੍ਹਾਂ ਉਸ ਮਾਲਕ ਦੀ ਖੇਡ ਕਈ ਵਾਰ ਵਰਤ ਜਾਂਦੀ ਹੈ। ਸੋ ਇਸ ਪਾਵਨ 16ਵੇਂ ਸ਼ਲੋਕ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰਿਆਂ ਨੂੰ ਇਹ ਸਮਝਾਇਆ ਕਿ ਦੁਬਿਧਾ ਵਾਲਾ, ਅਡੰਬਰ ਵਾਲਾ, ਪਖੰਡ ਵਾਲਾ ਜੀਵਨ ਨਾ ਜਿਉਵੋ। ਉਸ ਮਾਲਕ ਦੀ ਦਰਗਾਹ ਤੇ ਮਾਲਕ ਦੇ ਦਰਬਾਰ ਵਿੱਚ ਸਚਿਆਰ ਸਿੱਖ ਹੋਵੋ, ਤਾਂ ਕਿ ਉਹਦੀ ਖੁਸ਼ੀ ਦੇ ਪਾਤਰ ਬਣ ਸਕੀ। ਉਹ ਸਾਰਿਆਂ ਨੂੰ ਵੇਂਦਾ ਪਿਆ ਚਿੱਤੈ ਅੰਦਰ ਸਭ ਕੋ, ਵੇਖ ਨਦਰੀ ਹੇਠ ਚਲਾਇਂਦਾ ਮਤਾ ਕਵੇਂ ਮੈਂ ਘਰੇ ਹੋਰ ਹਾਂ, ਬਾਹਰ ਹੋਰ, ਦੁਨੀਆ ਸਾਹਮਣੇ ਬੜਾ ਗਿਆਨੀ ਧਿਆਨੀ, ਘਰੇ ਮੈਂ ਜੋ ਮਰਜ਼ੀ ਕਰੀ ਜਾ, ਤੈਨੂੰ ਘਰੇ ਵੀ ਵੇਂਦਾ ਹੀ ਤੇ ਤੈਨੂੰ ਬਾਹਰ ਵੀ ਵੇਂਦਾ ਹੀ। ਇਸ ਤਰ੍ਹਾਂ ਦੇ ਅਡੰਬਰ ਨਾ ਕਰ, ਤਾਂ ਕਿ ਉਹਦੀ ਪੁੱਠੀ ਨਿਗਾਹ ਨਾ ਕਿਤੇ ਤੇਰੇ ਤੇ ਹੋ ਜਾਏ, ਤੇ ਜੇ ਹੋਗੀ ਤੇ ਫਿਰ ਤੇਰਾ ਕਿਤੇ ਇੱਥੇ ਤੇ ਉੱਥੇ ਭਲਾ ਨਹੀਂ ਹੋ ਸਕੇਗਾ। ਇਹ ਸਤਿਗੁਰਾਂ ਨੇ ਇਸ ਪਾਵਨ ਸ਼ਲੋਕ ਅੰਦਰ ਸਮਝਾਇਆ। ਹੋਈਆਂ ਭੁੱਲਾਂ ਦੀ ਖਿਮਾ, ਦਾਤਾਰ ਸਮਤ ਦੀ ਦਾਤ ਬਖਸ਼, ਨਿਵਾਜਨਾ ਕਰਨਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏਂਦਾ, ਦਰ ਮੰਗਨ ਭਿੱਖ ਨਾ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।